Hello everyone, welcome to Victor's Knowledge. This is Chinu Sharma and today I am taking up another important lecture. Especially this has been included in the syllabus of Sub-Inspector Punjab Police ਪਰ ਜਿਹੜਾ ਟੌਪਿਕ ਹੈ ਜੁਡੀਸ਼ੀਅਲ ਇੰਸਟੀਟਿਊਸ਼ਨਸ ਦਾ ਇਹਦੇ ਅੰਦਰ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਬੇਸਿਕ ਪ੍ਰੋਵੀਜ਼ਨਸ ਡਿਸਕਸ ਕਰੂੰਗੀ ਉਸ ਤੋਂ ਬਾਅਦ ਕੁਝ ਇੰਪੋਰਟੈਂਟ ਟੌਪਿਕਸ ਨੇ ਜਿਵੇਂ ਲੋਕ ਅਦਾਲਤ ਦਾ ਕਨਸੈਪਟ ਹੋ ਗਿਆ ਯੂਨੀਫਾਰਮ ਸਿਵਲ ਕੋਡ ਸੁਪਰੀਮ ਕੋਰਟ ਹਾਈ ਕੋਰਟ ਦੇ ਆਰਟੀਕਲਸ ਮੋਬਾਈਲ ਕੋਰਟਸ ਕੀ ਹੁੰਦੀਆਂ ਨੇ ਆਰਬਿਟ੍ਰੇਸ਼ਨ ਸੋ ਜੁਡੀਸ਼ਰੀ ਪੁਆਇੰਟ ਆਫ ਵਿਊ ਤੋਂ ਜੋ ਵੀ ਹੋਰ ਇੰਪੋਰਟੈਂਟ ਕਨਸੈਪਟ ਐਗਜ਼ਾਮ ਦੇ ਲਈ ਜ਼ਰੂਰੀ ਨੇ ਉਹ ਸਾਰੇ ਵੀ ਡਿਸਕਸ ਕਰੂੰਗੀ ਸੋ ਤੁਸੀਂ ਇਹ ਅੱਜ ਦਾ ਪੂਰਾ ਲੈਕਚਰ ਐਂਡ ਤੱਕ ਜ਼ਰੂਰ ਦੇਖਣਾ ਹੈ ਕਿਉਂਕਿ ਇਹ ਇੰਪੋਰਟੈਂਟ ਕਨਸੈਪਟ ਡਿਸਕਸ ਕਰਨ ਤੋਂ ਬਾਅਦ ਮੈਂ ਇੰਪੋਰਟੈਂਟ ਐਮਸੀਕਿਊਜ਼ ਵੀ ਨਾਲ ਹੀ ਡਿਸਕਸ ਕੀਤੇ ਨੇ ਇਸੇ ਇੱਕ ਲੈਕਚਰ ਦੇ ਅੰਦਰ Also, this lecture is important for all PPSC examinations as well, especially the students who are preparing for Naib Tahsildar and Cooperative Inspector exam. So now let's get started. Also, if any student is interested in buying 5 complete mock tests with solutions for 40 marks, reasoning and mental ability portion, so you can avail these 5 mock tests by sending email on legalvictor02896@gmail.com. These mock tests are helpful for both Naib Tahsildar as well as cooperative exam and the price is only rupees 250. ਸੋ ਸਭ ਤੋਂ ਪਹਿਲਾਂ ਹੁਣ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਪ੍ਰੋਵੀਜ਼ਨਸ ਰਿਲੇਟਿੰਗ ਟੂ ਜੁਡੀਸ਼ੀਅਲ ਇੰਸਟੀਟਿਊਸ਼ਨ ਜਦੋਂ ਵੀ ਤੁਸੀਂ ਇਹ ਟੌਪਿਕ ਤਿਆਰ ਕਰਨਾ ਹੈ ਇੰਡੀਅਨ ਪੋਲਿਟੀ ਦੇ ਅੰਦਰ ਕਨਸਟੀਟਿਊਸ਼ਨ ਸਬਜੈਕਟ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਜੋ ਵੀ ਟੌਪਿਕ ਹੈ ਉਹ ਸੰਵਿਧਾਨ ਦੇ ਕਿਹੜੇ ਪਾਰਟ ਦੇ ਅੰਦਰ ਆ ਰਿਹਾ ਹੈ ਕਿਹੜੇ ਚੈਪਟਰ ਦੇ ਅੰਦਰ ਆ ਰਿਹਾ ਹੈ ਕਿੰਨੇ ਤੋਂ ਕਿੰਨੇ ਤੱਕ ਆਰਟੀਕਲਸ ਡੀਲ ਕਰਦੇ ਨੇ ਸੋ ਸਭ ਤੋਂ ਪਹਿਲਾਂ ਇੱਕ ਮਤਲਬ ਪੂਰਾ ਤੁਹਾਡੇ ਦਿਮਾਗ ਦੇ ਅੰਦਰ ਸਟਰਕਚਰ ਤਿਆਰ ਹੋਣਾ ਚਾਹੀਦਾ ਹੈ ਸੋ ਜੁਡੀਸ਼ਰੀ ਆਪਾਂ ਨੂੰ ਪਤਾ ਹੈ ਸੈਂਟਰ ਲੈਵਲ ਤੇ ਵੀ ਹੈ ਯੂਨੀਅਨ ਲੈਵਲ ਤੇ ਹੈ ਸੁਪਰੀਮ ਕੋਰਟ ਸਟੇਟ ਲੈਵਲ ਤੇ ਹੈ ਹਾਈ ਕੋਰਟ ਉਸ ਤੋਂ ਬਾਅਦ ਨੀਚੇ ਲੈਵਲ ਤੇ ਡਿਸਟ੍ਰਿਕਟ ਕੋਰਟ ਨੇ ਸੈਸ਼ਨ ਜੱਜ ਦੀ ਕੋਰਟ ਹੈ ਸੋ ਯੂਨੀਅਨ ਤੇ ਸਟੇਟ ਬੇਸਿਕਲੀ ਦੋ ਲੈਵਲਸ ਦੇ ਉੱਤੇ ਜੁਡੀਸ਼ਰੀ ਕੰਮ ਕਰਦੀ ਹੈ ਸੰਵਿਧਾਨ ਕਨਸਟੀਟਿਊਸ਼ਨ ਦੇ ਪਾਰਟ 5 ਦੇ ਅੰਦਰ ਗੱਲ ਹੁੰਦੀ ਹੈ ਯੂਨੀਅਨ ਦੀ ਤੇ ਪਾਰਟ 6 ਦੇ ਅੰਦਰ ਸਟੇਟਸ ਦੀ ਪਾਰਟ 5 ਦਾ ਜਿਹੜਾ ਚੈਪਟਰ 4 ਹੈ ਉਹ ਡੀਲ ਕਰਦਾ ਹੈ ਯੂਨੀਅਨ ਜੁਡੀਸ਼ਰੀ ਦੇ ਨਾਲ ਜਿਹਦੇ ਅੰਦਰ ਆਪਾਂ ਗੱਲ ਕਰਾਂਗੇ ਸੁਪਰੀਮ ਕੋਰਟ ਦੀ ਆਰਟੀਕਲ 124 ਤੋਂ ਲੈ ਕੇ 147 ਚੈਪਟਰ 5 ਡੀਲ ਕਰਦਾ ਹੈ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ 148 till 151 ਉਸ ਤੋਂ ਬਾਅਦ ਜੇ ਆਪਾਂ ਸਟੇਟ ਲੈਵਲ ਦੀ ਗੱਲ ਕਰੀਏ ਤਾਂ ਪਾਰਟ 6 ਦਾ ਜਿਹੜਾ ਚੈਪਟਰ 5ਵਾਂ ਹੈ ਉਹ ਗੱਲ ਕਰਦਾ ਹਾਈ ਕੋਰਟਸ ਦੀ ਆਰਟੀਕਲ 214 ਤੋਂ 232 ਤੇ ਜਿਹੜੇ ਸਬਆਰਡੀਨੇਟ ਡਿਸਟ੍ਰਿਕਟ ਲੈਵਲ ਦੀਆਂ ਕੋਰਟਸ ਆ ਜਾਂਦੀਆਂ ਨੇ ਸੈਸ਼ਨ ਕੋਰਟ ਆ ਗਈਆਂ ਉਹਨਾਂ ਦੀ ਗੱਲ ਹੋ ਰਹੀ ਹੈ ਇਸੇ ਤੋਂ ਅਗਲੇ ਚੈਪਟਰ 6ਵੇਂ ਚੈਪਟਰ ਦੇ ਅੰਦਰ ਜਿਹਦਾ ਨਾਮ ਹੈ ਸਬਆਰਡੀਨੇਟ ਕੋਰਟ ਤੇ ਇਹਨਾਂ ਦੇ ਆਰਟੀਕਲ ਐਗਜ਼ਾਮ ਦੇ ਲਈ ਤੁਸੀਂ ਜ਼ਰੂਰ ਯਾਦ ਰੱਖਣੇ ਨੇ ਆਰਟੀਕਲ 233 ਤੋਂ ਲੈ ਕੇ 237 ਸੋ ਹੁਣ ਆਪਾਂ ਨੇ ਇਹਦੇ ਅੰਦਰ ਕੁਝ ਮੇਨ ਚੀਜ਼ਾਂ ਕੁਝ ਇੰਪੋਰਟੈਂਟ ਏਰੀਆਜ਼ ਜਿਨ੍ਹਾਂ ਉੱਤੇ ਸਪੈਸੀਫਿਕਲੀ ਫੋਕਸ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਸਟਰਕਚਰ ਦਿਮਾਗ 'ਚ ਤਿਆਰ ਕਰ ਲਓ ਸਭ ਤੋਂ ਟੌਪ ਕੋਰਟ ਹੈ ਇੰਡੀਆ ਦੇ ਅੰਦਰ ਸੈਂਟਰ ਲੈਵਲ ਉੱਤੇ ਯੂਨੀਅਨ ਲੈਵਲ ਉੱਤੇ ਸੁਪਰੀਮ ਕੋਰਟ ਸੋ ਜਿਹੜੀ ਸੁਪਰੀਮ ਕੋਰਟ ਹੈ ਇਹ ਏਪੈਕਸ ਟੌਪ ਮੋਸਟ ਕੋਰਟ ਹੈ ਇਹਦੀ ਇਸਟੈਬਲਿਸ਼ਮੈਂਟ ਹੋਈ 1 ਅਕਤੂਬਰ 1937 ਨੂੰ ਆਲਮੋਸਟ 84 ਇਅਰਸ ਅਗੋ ਉਸ ਤੋਂ ਪਹਿਲਾਂ ਜਦੋਂ ਇਹ ਇਸਟੈਬਲਿਸ਼ ਹੋਈ ਤਾਂ ਇਹ ਫੈਡਰਲ ਕੋਰਟ ਆਫ ਇੰਡੀਆ ਦਾ ਨਾਮ ਸੀ ਸੋ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅੰਤਰਗਤ ਇਸਟੈਬਲਿਸ਼ ਕੀਤੀ ਗਈ ਸੀ ਸੋ ਸੁਪਰੀਮ ਕੋਰਟ ਦੇ ਅੰਦਰ ਜਿਹੜੀਆਂ ਜੂਰਿਸਡਿਕਸ਼ਨਸ ਨੇ ਸਿਵਲ ਹੈ ਕ੍ਰਿਮੀਨਲ ਹੈ ਕਨਸਟੀਟਿਊਸ਼ਨਲ ਹੈ ਐਡਵਾਈਜ਼ਰੀ ਹੈ ਤੇ ਇਹਦੀ ਇਸਟੈਬਲਿਸ਼ਮੈਂਟ ਹੁੰਦੀ ਹੈ ਆਰਟੀਕਲ 124 ਦੇ ਅੰਦਰ ਤੇ ਜੇ ਆਪਾਂ ਕੰਪੋਜੀਸ਼ਨ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਅੰਦਰ ਚੀਫ ਜਸਟਿਸ ਹੈ ਸੀਜੇਆਈ ਜਿਹੜੇ ਨੂੰ ਹੈਡ ਕਰਦੇ ਨੇ ਤੇ ਨਾਲ ਹੀ ਮੈਕਸਿਮਮ 34 ਜੱਜਿਸ ਨੇ ਸੋ ਇਹ ਕੁਝ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਤੁਹਾਨੂੰ ਸੁਪਰੀਮ ਕੋਰਟ ਦੇ ਨਾਲ ਰਿਲੇਟਡ ਪਤਾ ਹੋਣੀ ਚਾਹੀਦੀ ਹੈ ਸਪੈਸ਼ਲੀ ਤੁਹਾਨੂੰ ਇਸਟੈਬਲਿਸ਼ਮੈਂਟ ਦਾ ਈਅਰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਸੁਪਰੀਮ ਕੋਰਟ ਤੋਂ ਨੀਚੇ ਆਉਂਦੀ ਹੈ ਸਟੇਟ ਲੈਵਲ ਤੇ ਹਾਈ ਕੋਰਟਸ ਕੁਝ ਸਟੇਟਸ ਤੇ ਯੂਟੀਜ਼ ਦੀ ਇਕੱਠੀ ਹਾਈ ਕੋਰਟ ਵੀ ਹੈ ਕਈ ਯੂਟੀ ਦੀ ਕੱਲੀ ਆਪਣੀ ਖੁਦ ਦੀ ਹਾਈ ਕੋਰਟ ਹੈ ਜਿਵੇਂ ਦਿੱਲੀ ਹੋ ਗਿਆ ਇਸ ਤੋਂ ਨੀਚੇ ਆਉਂਦੀਆਂ ਨੇ ਸਿਵਲ ਤੇ ਕ੍ਰਿਮੀਨਲ ਮੈਟਰੋਪੋਲੀਟਨ ਡਿਸਟ੍ਰਿਕਟ ਲੈਵਲ ਸੋ ਮੈਟਰੋਪੋਲੀਟਨ ਡਿਸਟ੍ਰਿਕਟ ਲੈਵਲ ਸਿਵਲ ਐਂਡ ਕ੍ਰਿਮੀਨਲ ਕੋਰਟ
ਨਾਓ ਵਨ ਆਫ ਦ ਮੋਸਟ ਇੰਪੋਰਟੈਂਟ ਕੁਐਸਚਨ ਜੋ ਬਾਰ-ਬਾਰ ਕੁਐਸਚਨ ਪੇਪਰਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਜਿਹਦੇ ਵਿੱਚ ਸਟੂਡੈਂਟਸ ਨੂੰ ਕਾਫੀ ਵਾਰੀ ਕਨਫਿਊਜ਼ਨ ਹੁੰਦਾ ਹੈ, ਉਹ ਹੁੰਦੀ ਹੈ ਜੂਰਿਸਡਿਕਸ਼ਨ ਦੀ ਗੱਲ। ਸੁਪਰੀਮ ਕੋਰਟ ਕਿਸ ਤਰ੍ਹਾਂ ਦੇ ਮੈਟਰਸ ਡੀਲ ਕਰਦੇ ਆ, ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਪਾਵਰ ਹੈ। ਜੂਰਿਸਡਿਕਸ਼ਨ ਦਾ ਮਤਲਬ ਹੁੰਦਾ ਹੈ ਕਿੱਥੇ ਤੱਕ ਇਹਨਾਂ ਦੀ ਪਹੁੰਚ ਹੈ, ਏਰੀਆ ਕੀ ਹੈ ਇਹਨਾਂ ਦਾ ਡਿਸੀਜਨ ਦੇਣ ਦਾ। ਸੋ ਟਾਈਪਸ ਆਫ ਜੂਰਿਸਡਿਕਸ਼ਨ, ਨੰਬਰ 1 original jurisdiction, number 2 appellate, number 3 advisory and number 4 review jurisdiction। original jurisdiction ਹੁੰਦੀ ਹੈ ਜਦੋਂ ਇੱਕ ਯੂਨੀਅਨ ਤੇ ਸਟੇਟ, ਸੈਂਟਰ ਤੇ ਸਟੇਟ ਦਾ ਆਪਸ ਦੇ ਵਿੱਚ ਕੋਈ ਇਸ਼ੂ ਆ ਜੇ, ਉੱਥੇ ਜਦੋਂ ਕੋਈ ਸੁਣਵਾਈ ਹੁੰਦੀ ਹੈ, ਕੋਈ ਡਿਸਪਿਊਟ ਖੜਾ ਹੁੰਦਾ ਹੈ ਸੈਂਟਰ ਦੀ ਸਰਕਾਰ ਤੇ ਕਿਸੇ ਵੀ ਸਟੇਟ ਦਾ ਜਾਂ ਕਿਸੇ ਯੂਟੀ ਦਾ, ਤਾਂ ਉੱਥੇ ਸਿੱਧਾ ਕੇਸ, original jurisdiction ਦਾ ਮਤਲਬ ਹੈ ਸਿੱਧਾ ਪਹਿਲੇ ਨੰਬਰ ਤੇ ਕੇਸ ਬਿਨਾਂ ਕਿਸੇ ਨੀਚੇ ਵਾਲੀ ਹਾਈ ਕੋਰਟ ਜਾਂ ਕਿਸੇ ਵੀ ਕੋਰਟ 'ਚ ਗਏ ਤੋਂ ਸਿੱਧਾ ਸੁਪਰੀਮ ਕੋਰਟ ਵਿੱਚ ਫਾਈਲ ਕੀਤਾ ਜਾ ਸਕਦਾ ਹੈ। ਜਾਂ ਜਿੱਥੇ ਫੰਡਾਮੈਂਟਲ ਰਾਈਟਸ ਦੀ ਗੱਲ ਆਵੇ, ਰਿਟ ਜੂਰਿਸਡਿਕਸ਼ਨ ਵੀ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਅਪੀਲ ਆਪਾਂ ਨੂੰ ਪਤਾ ਹੈ ਕਿ ਹਾਈ ਕੋਰਟ ਤੋਂ, ਨੀਚੇ ਵਾਲੀ ਕੋਰਟਸ ਤੋਂ, ਚਾਹੇ ਕੋਈ ਸਿਵਲ ਕੇਸ ਦੀ ਹੈ, ਕ੍ਰਿਮੀਨਲ ਦੀ ਹੈ, ਕੌਂਸਟੀਟਿਊਸ਼ਨ ਹੈ, ਜਾਂ ਕੋਈ ਸਪੈਸ਼ਲ ਲੀਵ ਟੂ ਅਪੀਲ ਫਾਈਲ ਕਰਨੀ ਹੈ ਤਾਂ ਉਹ ਸੁਪਰੀਮ ਕੋਰਟ ਵਿੱਚ ਕਰ ਸਕਦੇ ਹਾਂ। ਪ੍ਰੈਜ਼ੀਡੈਂਟ ਜਦੋਂ ਵੀ ਚਾਹੇ ਤਾਂ ਐਡਵਾਈਸ ਮੰਗ ਸਕਦੇ ਆ, ਓਪੀਨੀਅਨ ਮੰਗ ਸਕਦੇ ਆ ਸੁਪਰੀਮ ਕੋਰਟ ਦੀ ਕਿਸੇ ਵੀ ਮੈਟਰ ਉੱਤੇ, ਤੇ ਸੁਪਰੀਮ ਕੋਰਟ ਦੇ ਉੱਤੇ ਬਾਈਂਡਿੰਗ ਹੈ ਕਿ ਜਦੋਂ ਪ੍ਰੈਜ਼ੀਡੈਂਟ ਮੰਗੇ ਤਾਂ ਆਪਣਾ ਓਪੀਨੀਅਨ ਦੇਣਾ ਪਊ। ਉਸ ਓਪੀਨੀਅਨ ਨੂੰ ਮੰਨਣਾ ਨਾ ਮੰਨਣਾ ਉਹ ਪ੍ਰੈਜ਼ੀਡੈਂਟ ਦੀ, ਗਵਰਨਮੈਂਟ ਦੀ ਮਰਜ਼ੀ ਹੈ। ਸੋ give its legal opinion on matters referred to it by the president। ਰਿਵਿਊ ਦੇ ਅੰਦਰ ਜੁਡੀਸ਼ੀਅਲ ਰਿਵਿਊ ਦੀ ਪਾਵਰ ਹੈ। ਇਹਦਾ ਮਤਲਬ ਹੈ ਕਿਸੇ ਵੀ ਲੈਜਿਸਲੇਚਰ ਦੇ ਦੁਆਰਾ ਤਿਆਰ ਕੀਤਾ ਗਿਆ ਕੋਈ ਲਾਅ ਹੈ ਜਾਂ ਕਿਸੇ ਵੀ ਹੋਰ ਅਥਾਰਟੀ ਨੇ ਕੋਈ ਐਕਸ਼ਨ ਲਿਆ, ਤਾਂ ਜੇ ਸੁਪਰੀਮ ਕੋਰਟ ਨੂੰ ਲੱਗੇ ਕਿ ਉਹ ਗਲਤ ਹੈ, ਕਿਸੇ ਦੀ ਕਨਸਟੀਟਿਊਸ਼ਨਲ ਵੈਲਿਡਿਟੀ ਉੱਤੇ ਕੁਐਸਚਨ ਆਉਂਦਾ, ਤਾਂ ਉੱਥੇ ਉਸ ਡਿਸੀਜਨ ਨੂੰ ਦੁਬਾਰਾ ਤੋਂ ਚੱਕ ਕੇ ਰਿਵਿਊ ਕਰ ਸਕਦੀ ਹੈ, ਦੇਖ ਸਕਦੀ ਹੈ, ਉਹਨੂੰ ਚੇਂਜ ਕਰ ਸਕਦੀ ਹੈ ਸੁਪਰੀਮ ਕੋਰਟ। ਸੋ ਇਹ ਚਾਰ ਤੁਸੀਂ ਜੂਰਿਸਡਿਕਸ਼ਨਸ ਯਾਦ ਰੱਖਣੀਆਂ ਨੇ। ਨੈਕਸਟ ਕਮ ਵੈਰੀ ਇੰਪੋਰਟੈਂਟ ਥਿੰਗ ਟੂ ਅੰਡਰਸਟੈਂਡ। ਹੁਣ ਆਪਾਂ ਕੰਪੈਰੀਜ਼ਨ ਕਰਾਂਗੇ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ, ਜਿਹਦੇ ਨਾਲ ਤੁਹਾਨੂੰ ਕਾਫੀ ਸਾਰੇ ਮੇਨ ਜਿਹੜੇ ਫੀਚਰਸ ਦੇ ਪੁਆਇੰਟ ਤੁਹਾਨੂੰ ਐਗਜ਼ਾਮ ਦੇ ਲਈ ਧਿਆਨ 'ਚ ਰੱਖਣ ਵਾਲੇ ਨੇ ਉਹ ਸਾਰੇ ਕਲੀਅਰ ਹੋ ਜਾਣਗੇ। ਸੋ ਲੈਫਟ ਸਾਈਡ ਤੇ ਸਾਰਾ ਸੁਪਰੀਮ ਕੋਰਟ ਬਾਰੇ ਹੈ, ਰਾਈਟ ਸਾਈਡ ਤੇ ਸਾਰਾ ਹਾਈ ਕੋਰਟ ਬਾਰੇ ਹੈ। ਸੁਪਰੀਮ ਕੋਰਟ ਯੂਨੀਅਨ ਦੀ ਕੋਰਟ ਹੈ, ਸੈਂਟਰ ਲੈਵਲ ਤੇ ਹੈ। ਏਪੈਕਸ ਦਾ ਮਤਲਬ ਹੈ ਟੌਪ ਇੰਸਟੀਟਿਊਸ਼ਨ ਹੈ ਇੰਡੀਆ ਦਾ, ਜਿਹੜਾ ਇੰਟੀਗ੍ਰੇਟਡ ਇਕੱਠਾ ਯੂਨਾਈਟਿਡ ਕੋਰਟ ਸਿਸਟਮ ਹੈ, ਇੱਕ ਹਾਇਰਾਰਕੀ ਦੇ ਤੌਰ ਤੇ ਚੱਲਦਾ ਕਿ ਸਭ ਤੋਂ ਉੱਪਰ ਸੁਪਰੀਮ ਕੋਰਟ, ਫਿਰ ਹਾਈ ਕੋਰਟ, ਫਿਰ ਸਬਆਰਡੀਨੇਟ ਕੋਰਟਸ। ਸੋ ਉਹ ਸਾਰੇ ਸਿਸਟਮ ਦੇ ਅੰਦਰ ਏਪੈਕਸ ਟੌਪ ਵਾਲੀ ਕੋਰਟ ਹੈ ਸੁਪਰੀਮ ਕੋਰਟ। ਹਾਈ ਕੋਰਟ ਹਰ ਸਟੇਟ ਦੀ ਜਾਂ ਫਿਰ ਗਰੁੱਪ ਆਫ ਸਟੇਟ ਯੂਟੀਜ਼ ਦੀ ਤਿਆਰ ਕੀਤੀ ਹੋਈ ਕੋਰਟ ਹੁੰਦੀ ਹੈ। ਜਿੰਨੇ ਵੀ ਜੱਜਿਸ ਨੇ ਸੁਪਰੀਮ ਕੋਰਟ ਦੇ ਉਹ ਰਿਟਾਇਰ ਹੋ ਜਾਂਦੇ ਨੇ 65 ਸਾਲ ਦੀ ਉਮਰ 'ਚ। ਸੋ ਰਿਟਾਇਰਮੈਂਟ ਏਜ ਕਿੰਨੀ ਹੈ? 65। ਹਾਈ ਕੋਰਟ ਦੀ 62 ਇਅਰਸ। ਇਹਦੇ ਬਾਰੇ ਅਲੱਗ-ਅਲੱਗ ਅਮੈਂਡਮੈਂਟਸ ਹੋਈਆਂ ਨੇ, ਸੋ ਤੁਹਾਨੂੰ ਉੱਥੇ ਧਿਆਨ 'ਚ ਰੱਖਣਾ ਹੈ ਕਿ ਲੇਟੈਸਟ ਅਮੈਂਡਮੈਂਟ ਦੇ ਅਨੁਸਾਰ ਰਿਟਾਇਰਮੈਂਟ ਏਜ ਕਿੰਨੀ ਹੈ। ਜਿਹੜੇ ਜੱਜਿਸ ਨੇ ਸੁਪਰੀਮ ਕੋਰਟ ਦੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਪ੍ਰੈਕਟਿਸ ਨਹੀਂ ਕਰ ਸਕਦੇ। ਜਿਹੜੇ ਹਾਈ ਕੋਰਟ ਦੇ ਜੱਜਿਸ ਨੇ ਉਹ ਵੀ ਲੀਗਲ ਪ੍ਰੈਕਟਿਸ ਨਹੀਂ ਕਰ ਸਕਦੇ, ਬਟ we can do this after, they can do this after his tenure in any high court or supreme court। ਜਿਹੜੇ ਹਾਈ ਕੋਰਟ ਦੇ ਜੱਜ ਨੇ ਉਹ ਜਦੋਂ ਹਾਈ ਕੋਰਟ ਦੇ ਜੱਜ ਦੇ ਤੌਰ ਤੇ ਕੰਮ ਕਰ ਰਹੇ ਨੇ, ਉਹ ਪੋਜੀਸ਼ਨ ਸੰਭਾਲੀ ਹੋਈ ਹੈ, ਤਾਂ ਉਦੋਂ ਲੀਗਲ ਪ੍ਰੈਕਟਿਸ ਨਹੀਂ ਕਰ ਸਕਦੇ। ਸੇਮ ਇਹ ਰਿਸਟ੍ਰਿਕਸ਼ਨ ਸੁਪਰੀਮ ਕੋਰਟ ਦੇ ਜੱਜਿਸ ਤੇ ਵੀ ਹੈ, ਪਰ ਸੁਪਰੀਮ ਕੋਰਟ ਦੇ ਜੱਜ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਨਹੀਂ ਕਰ ਸਕਦੇ ਲੀਗਲ ਪ੍ਰੈਕਟਿਸ, ਪਰ ਇਸ ਤਰ੍ਹਾਂ ਦੀ ਕੋਈ ਵੀ ਬੰਦਿਸ਼ ਹਾਈ ਕੋਰਟ ਦੇ ਜੱਜਿਸ ਉੱਤੇ ਨਹੀਂ ਲਗਾਈ ਹੋਈ। ਆਫਟਰ ਰਿਟਾਇਰਮੈਂਟ ਦੇ ਕੈਨ ਡੂ ਪ੍ਰੈਕਟਿਸ। ਉਸ ਤੋਂ ਬਾਅਦ ਜਿਹੜੇ ਜੱਜਿਸ ਨੇ ਸੁਪਰੀਮ ਕੋਰਟ ਦੇ ਉਹਨਾਂ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ, ਪ੍ਰਮੋਟ ਨਹੀਂ ਕਰ ਸਕਦੇ। ਹਾਈ ਕੋਰਟ ਦੇ ਜੱਜਿਸ ਨੂੰ ਦੂਜੀਆਂ ਹਾਈ ਕੋਰਟਸ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ, ਤੇ ਨਾਲ ਹੀ ਇਹਨਾਂ ਨੂੰ ਪ੍ਰਮੋਟ ਵੀ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਜੱਜ ਤੱਕ। ਸੁਪਰੀਮ ਕੋਰਟ ਬਾਉਂਡ ਨਹੀਂ ਹੈ ਕਿ ਉਹਨੂੰ ਹਾਈ ਕੋਰਟ ਦਾ ਕੋਈ ਵੀ ਡਿਸੀਜਨ ਜਾਂ ਕਿਸੇ ਹੋਰ ਕੋਰਟ ਦਾ ਕੋਈ ਡਿਸੀਜਨ ਮੰਨਣਾ ਹੀ ਮੰਨਣਾ ਪਊ, ਪਰ ਦੂਜੇ ਪਾਸੇ ਜਿਹੜੀ ਹਾਈ ਕੋਰਟਸ ਹੈ ਉਹਨਾਂ ਨੂੰ ਸੁਪਰੀਮ ਕੋਰਟ ਦਾ ਡਿਸੀਜਨ ਮੰਨਣਾ ਹੀ ਮੰਨਣਾ ਪੈਂਦਾ ਹੈ। ਦੇ ਆਰ ਬਾਉਂਡ ਟੂ ਓਬੇ ਦ ਡਿਸੀਜਨ ਆਫ ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਕੋਲ ਪਾਵਰ ਹੈ, ਤੇ ਇਕੱਲੀ ਸੁਪਰੀਮ ਕੋਰਟ ਦੇ ਕੋਲ ਪਾਵਰ ਹੈ ਕਿ ਉਹ ਕਨਸਟੀਟਿਊਸ਼ਨ ਦੇ ਨਾਲ ਰਿਲੇਟਡ ਕੋਈ ਵੀ ਡਿਸੀਜਨ ਲੈਣਾ ਤਾਂ ਉਹ ਲੈ ਸਕਦੀਆਂ ਨੇ, ਪਰ ਹਾਈ ਕੋਰਟ ਕਨਸਟੀਟਿਊਸ਼ਨ ਦੇ ਨਾਲ ਰਿਲੇਟਡ ਡਾਇਰੈਕਟਲੀ ਕੋਈ ਡਿਸੀਜਨ ਨਹੀਂ ਲੈ ਸਕਦੇ। ਨੋ ਪਾਵਰ ਟੂ ਟੇਕ ਡਿਸੀਜਨ ਰਿਗਾਰਡਿੰਗ ਕਨਸਟੀਟਿਊਸ਼ਨ।
ਜਿਹੜੇ ਚੀਫ ਜਸਟਿਸ ਹੈ ਸੁਪਰੀਮ ਕੋਰਟ ਦੇ 1 ਲੱਖ ਤੱਕ ਦੀ ਉਹ ਸੈਲਰੀ ਡਰਾ ਕਰਦੇ ਨੇ ਪਰ ਮੰਥ, ਤੇ ਜਿਹੜੇ ਬਾਕੀ ਜੱਜਿਸ ਨੇ 90,000 ਪਰ ਮੰਥ। ਇਹਦੇ ਵਿੱਚ ਵੀ ਕੁਝ ਰੀਸੈਂਟ ਅਮੈਂਡਮੈਂਟਸ ਨੇ। ਜਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਹੈ 90,000 ਸੈਲਰੀ, ਵਾਈਲ ਅਦਰ ਜੱਜਿਸ 80,000 ਪਰ ਮੰਥ। The cases involving the interpretation of constitution are decided only by the Supreme Court। ਜਿੱਥੇ ਵੀ ਸੰਵਿਧਾਨ ਦੀ ਇੰਟਰਪ੍ਰੀਟੇਸ਼ਨ ਦੀ ਗੱਲ ਆਵੇ, ਉਹਦੇ ਕਿਸੇ ਵੀ ਪ੍ਰੋਵੀਜ਼ਨ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ, ਉਹਦੇ ਮੀਨਿੰਗ ਨੂੰ ਐਕਸਪਲੇਨ ਕਰਨਾ ਹੈ, ਉੱਥੇ ਸਿਰਫ ਸੁਪਰੀਮ ਕੋਰਟ ਦੇ ਕੋਲ ਪਾਵਰ ਹੈ। ਇਹ ਪਾਵਰ ਹੈ ਜਿਹੜੀ ਇੰਟਰਪ੍ਰੀਟੇਸ਼ਨ ਦੀ ਹਾਈ ਕੋਰਟ ਕੋਲ ਨਹੀਂ ਹੈ। ਸੁਪਰੀਮ ਕੋਰਟ ਕੈਨ ਇਸ਼ੂ ਰਿਟਸ ਓਨਲੀ। ਸੁਪਰੀਮ ਕੋਰਟ ਕੋਲ ਜਿਹੜੇ ਰਿਟ ਜਾਂਦੀਆਂ ਨੇ ਰਿਟ ਜੁਰਿਸਡਿਕਸ਼ਨ ਦੇ ਅੰਦਰ, ਉਹ ਸਿਰਫ ਔਰ ਸਿਰਫ ਫੰਡਾਮੈਂਟਲ ਰਾਈਟ ਦੀ ਇਨਫੋਰਸਮੈਂਟ ਲਈ ਹੁੰਦੀਆਂ ਨੇ। ਪਰ ਹਾਈ ਕੋਰਟ ਕੋਲ, ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਕਾਫੀ ਵਾਰੀ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ, MCQ ਦੀ ਫਾਰਮ ਵਿੱਚ ਪੁੱਛਿਆ ਜਾਂਦਾ ਹੈ, ਹਾਈ ਕੋਰਟ ਕੋਲ ਫੰਡਾਮੈਂਟਲ ਰਾਈਟ ਦੀ ਇਨਫੋਰਸਮੈਂਟ ਦੇ ਨਾਲ ਨਾਲ ਕਿਸੇ ਹੋਰ ਪਰਪਸ ਦੇ ਲਈ ਜੇ ਰਿਟ ਆ ਰਹੀ ਹੈ ਤਾਂ ਉਹ ਰਿਟ ਉੱਤੇ ਵੀ ਹਾਈ ਕੋਰਟ ਦੀ ਜੁਰਿਸਡਿਕਸ਼ਨ ਹੈ। ਪਰ ਸੁਪਰੀਮ ਕੋਰਟ ਦੇ ਅੰਦਰ ਰਿਟ ਜੁਰਿਸਡਿਕਸ਼ਨ ਸਿਰਫ ਫੰਡਾਮੈਂਟਲ ਰਾਈਟਸ ਨੂੰ ਲਾਗੂ ਕਰਵਾਉਣ ਤੱਕ ਹੀ ਸੀਮਿਤ ਹੈ। ਸੋ ਇਹ ਇੱਕ ਜਗ੍ਹਾ ਹੈ ਜਿੱਥੇ ਤੁਸੀਂ ਕਹਿ ਸਕਦੇ ਹੋ ਵੀ ਹਾਈ ਕੋਰਟ ਦੀ ਪਾਵਰ ਵਾਈਡ ਹੈ ਸੁਪਰੀਮ ਕੋਰਟ ਤੋਂ। ਸੋ ਇਹ ਇੱਕ ਪੁਆਇੰਟ ਤੁਸੀਂ ਅਲੱਗ ਤੋਂ ਧਿਆਨ ਨਾਲ ਸਮਝਣਾ। ਜਿਹੜੀ ਆਰਟੀਕਲ 226 ਦੀ ਰੈਮੇਡੀ ਹੈ, ਇਹ ਡਿਸਕ੍ਰਿਸ਼ਨਰੀ ਹੈ, ਇਹ ਮਰਜ਼ੀ ਹੈ। ਇੱਕ ਹਾਈ ਕੋਰਟ ਰਿਫਿਊਜ਼ ਕਰ ਸਕਦੀ ਹੈ ਰਿਟ ਜੁਰਿਸਡਿਕਸ਼ਨ ਨੂੰ ਐਕਸਰਸਾਈਜ਼ ਕਰਨ ਦੇ ਲਈ। ਸੋ ਉਰੇ ਗਲਤ ਹੈ, ਇਹ 226 ਆਊਗਾ ਰਾਈਟ ਸਾਈਡ ਤੇ ਹਾਈ ਕੋਰਟ ਵਾਲੇ ਪੋਰਸ਼ਨ ਦੇ ਅੰਦਰ, ਤੇ ਆਰਟੀਕਲ 32 ਸੁਪਰੀਮ ਕੋਰਟ ਵਾਲਾ ਲੈਫਟ ਸਾਈਡ ਤੇ ਆਊਗਾ। ਜਿਹੜੀ ਆਰਟੀਕਲ 32 ਦੇ ਅੰਦਰ ਰੈਮੇਡੀ ਹੈ ਰਿਟਸ ਦੀ, ਉਹ ਆਪਣੇ ਆਪ ਵਿੱਚ ਇੱਕ ਫੰਡਾਮੈਂਟਲ ਰਾਈਟ ਹੈ। ਸੁਪਰੀਮ ਕੋਰਟ ਮਨਾ ਨਹੀਂ ਕਰ ਸਕਦੀ ਜਦੋਂ ਵੀ ਰਿਟ ਜੁਰਿਸਡਿਕਸ਼ਨ ਐਕਸਰਸਾਈਜ਼ ਕਰਨੀ ਹੈ, ਪਰ ਹਾਈ ਕੋਰਟ ਮਨਾ ਕਰ ਸਕਦੀ ਹੈ। ਹਾਈ ਕੋਰਟ ਕੋਲ ਇਹ ਡਿਸਕ੍ਰਿਸ਼ਨਰੀ ਪਾਵਰ ਹੈ, ਕਿਉਂਕਿ ਉਰੇ ਇੱਕ ਮੀਅਰ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ, ਉਰੇ ਇੱਕ ਫੰਡਾਮੈਂਟਲ ਰਾਈਟ ਨਹੀਂ ਹੈ ਆਰਟੀਕਲ 226। ਪਰ ਜਦੋਂ ਆਰਟੀਕਲ 32 ਦੇ ਅੰਦਰ ਸੁਪਰੀਮ ਕੋਰਟ ਕੋਲ ਰਿਟ ਜਾਂਦੀ ਹੈ ਤਾਂ ਇੱਕ ਫੰਡਾਮੈਂਟਲ ਰਾਈਟ ਬਣ ਜਾਂਦਾ ਹੈ, ਤੇ ਉੱਥੇ ਸੁਪਰੀਮ ਕੋਰਟ ਨੂੰ ਉਹਨੂੰ ਸੁਣਨਾ ਹੀ ਸੁਣਨਾ ਪਊਗਾ। ਐਂਡ ਵਨ ਮੋਰ ਥਿੰਗ, ਸਾਲ 2018 ਦੇ ਅੰਦਰ ਜਿਹੜੀ ਮੈਂ ਪਿੱਛੇ ਸੈਲਰੀਜ਼ ਦੀ ਗੱਲ ਕੀਤੀ ਹੈ, ਤਾਂ ਉਹਦੇ ਵਿੱਚ ਉਹ ਪ੍ਰੈਜ਼ੈਂਟ ਸੈਲਰੀ ਸੀ ਉਸ ਟਾਈਮ ਦੀ ਆ। ਸੋ ਜਿਹੜੀ ਪ੍ਰਪੋਜ਼ ਸੈਲਰੀ ਸੀ, ਇਨਕਰੀਜ਼ ਸੈਲਰੀ, ਉਹ ਕਾਫੀ ਜ਼ਿਆਦਾ ਉਹਨਾਂ ਵਿੱਚ ਹਾਈਕ ਆਇਆ ਸੀ। ਜਿਵੇਂ ਚੀਫ ਜਸਟਿਸ ਆਫ ਇੰਡੀਆ ਦੀ 1 ਲੱਖ ਤੋਂ ਸਿੱਧਾ ਵਧਾ ਕੇ 2.80 ਲੱਖ, ਤੇ ਨਾਲ ਹੀ ਜਿਹੜੇ ਚੀਫ ਜਸਟਿਸ ਹੈ ਹਾਈ ਕੋਰਟਸ ਦੇ, ਉਹਨਾਂ ਦੀ 90,000 ਤੋਂ 2.50 ਲੱਖ। ਸੋ ਇਹ ਕਾਫੀ ਜ਼ਿਆਦਾ ਇਨਕਰੀਜ਼ ਕੀਤਾ ਗਿਆ, ਤੇ ਇਹਦੀ ਨੋਟੀਫਿਕੇਸ਼ਨ ਦਿੱਤੀ ਸੀ ਲਾਅ ਮਿਨਿਸਟਰੀ ਨੇ। ਨੈਕਸਟ ਆਪਣਾ ਟੌਪਿਕ ਹੈ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ। ਬਹੁਤ ਵਾਰੀ ਇਹਦੇ ਨਾਲ ਰਿਲੇਟਡ, ਸਪੈਸ਼ਲੀ ਇਹਦੇ ਈਅਰ ਦੇ ਨਾਲ ਰਿਲੇਟਡ ਕੁਐਸਚਨ ਪੁੱਛਿਆ ਜਾਂਦਾ ਜਦੋਂ ਵੀ ਆਪਾਂ ਜੁਡੀਸ਼ਰੀ ਦੀ ਗੱਲ ਕਰਦੇ ਹਾਂ। ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਇਹਨੂੰ ਪਾਰਲੀਮੈਂਟ ਨੇ ਇੱਕ ਐਕਟ ਦੇ ਅੰਤਰਗਤ ਇਨੈਕਟ ਕੀਤਾ, ਤਿਆਰ ਕੀਤਾ 1987 ਵਿੱਚ, ਤੇ ਇਹਦੀ ਇਨਫੋਰਸਮੈਂਟ ਹੋਈ। ਇਹ ਅਥਾਰਟੀ ਪ੍ਰੋਪਰ ਅਫੀਸ਼ੀਅਲ ਤੌਰ ਤੇ ਕੰਮ ਕਰਨ ਲੱਗੀ, ਐਨਫੋਰਸ ਹੋਈ 9 ਨਵੰਬਰ 1995 ਨੂੰ। ਪੂਰੇ ਦੇਸ਼ ਵਿੱਚ ਇੱਕ ਯੂਨੀਫਾਰਮ ਇਕੱਠਾ ਨੈਟਵਰਕ ਤਿਆਰ ਕੀਤਾ ਗਿਆ ਇਹਦੇ ਅੰਦਰ। ਸੋ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਾ ਮੇਨ ਮਕਸਦ ਹੈ ਕਿ ਜਿਹੜੇ ਗਰੀਬ ਤਬਕਾ ਹੈ, ਕੋਈ ਸੁਸਾਇਟੀ ਦੇ ਅੰਦਰ ਵੀਕਰ ਸੈਕਸ਼ਨ ਦੇ ਲੋਕ ਨੇ, ਕੋਈ ਪੂਅਰ ਕਲਾਸ ਨੂੰ ਬਿਲੋਂਗ ਕਰਦੇ ਨੇ, ਕੋਈ ਡਿਸੇਬਲ ਨੇ, ਕੋਈ ਵਿਮਨ ਨੇ, ਜਿਹੜੇ ਹੈਲਪਲੈਸ ਲੋਕ ਨੇ, ਉਹਨਾਂ ਨੂੰ ਇੱਕ ਇਕੁਅਲ ਅਪੋਰਚੁਨਿਟੀ ਦਿੱਤੀ ਜਾ ਸਕੇ, ਉਹਨਾਂ ਨੂੰ ਫ੍ਰੀ ਤੇ ਕੰਪੀਟੈਂਟ ਲੀਗਲ ਸਰਵਿਸ ਪ੍ਰੋਵਾਈਡ ਕਰਾਈ ਜਾਏ। ਜੇ ਕੋਈ ਗਰੀਬ, ਕੋਈ ਪੂਅਰ, ਕੋਈ ਵੀਕਰ ਸੈਕਸ਼ਨ ਦਾ ਕੋਈ ਪਰਸਨ ਹੈ, ਉਹਨੂੰ ਕੋਈ ਪ੍ਰੋਬਲਮ ਹੈ, ਕੋਈ ਇਸ਼ੂ ਆਇਆ ਹੈ, ਤਾਂ ਉਹ ਅਫੋਰਡ ਨਹੀਂ ਕਰ ਸਕਦਾ ਕਿ ਕਿਸੇ ਐਡਵੋਕੇਟ ਨੂੰ, ਲਾਇਰ ਨੂੰ ਹਾਇਰ ਕਰ ਸਕੇ, ਤਾਂ ਉੱਥੇ ਮਦਦ ਕਰਨ ਲਈ ਆਉਂਦੀ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ। ਸੋ ਹੁਣ ਇੱਕ ਵਾਰੀ ਆਪਾਂ ਰੀਡਿੰਗ ਦੇ ਲੈਂਦੇ ਹਾਂ। In 1987 ਵਿੱਚ the Legal Services Authority Act, ਇਹ ਐਕਟ ਇਨੈਕਟ ਕੀਤਾ ਪਾਰਲੀਮੈਂਟ ਨੇ, came into force 9th November 1995 to establish nationwide uniform network। किस चीज ਲਈ? To provide free and competent legal service ਕਿਹਨੂੰ? weaker sections of society ਨੂੰ on basis of equal opportunity, ਬਿਨਾਂ ਕਿਸੇ ਚ ਭੇਦਭਾਵ ਕੀਤੇ ਹਰ ਕਿਸੇ ਨੂੰ ਇੱਕ ਪ੍ਰੋਪਰ ਫ੍ਰੀ ਲੀਗਲ ਏਡ ਦਿੱਤੀ ਜਾਵੇ, ਉਹਦੇ ਲਈ ਇਹ ਅਥਾਰਟੀ ਤਿਆਰ ਕੀਤੀ ਗਈ। ਸੋ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਇਸੇ ਐਕਟ ਦੇ ਅੰਦਰ
ਇਹ ਪੂਰੇ ਜਿਹੜੇ ਐਕਟ ਦੇ ਪ੍ਰੋਗਰਾਮ ਨੇ ਕੋਈ ਪਾਲਿਸੀਆਂ ਨੇ ਉਹ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਰਹੀਆਂ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਸਹੀ ਹੋ ਰਹੀ ਹੈ ਜਾਂ ਨਹੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਇਹਨਾਂ ਦੀ ਸੁਪਰਵਿਜ਼ਨ ਮੋਨੀਟਰਿੰਗ ਦੇ ਲਈ ਜਿਹੜੀ ਅਥਾਰਟੀ ਤਿਆਰ ਕੀਤੀ ਗਈ ਉਹਦਾ ਨਾਮ ਹੈ ਨਾਲਸਾ ਤੇ ਇਹਦੀ ਫੁੱਲ ਫਾਰਮ ਐਗਜ਼ਾਮ ਦੇ ਵਿੱਚ ਆ ਸਕਦੀ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ। ਇਹਦਾ ਕੰਮ ਕੀ ਹੈ to monitor and evaluate implementation of legal aid program and lay down policy and principle for making legal services। हर स्टेट के अंदर ये तो नेशनल लेवल दी सेंटर लेवल दी एक यूनिफॉर्म सब तो उपरले लेवल दे अथॉरिटी है पर नीचे वाले लेवल ते स्टेट लीगल सर्विसेज अथॉरिटी है। हर हाई कोर्ट दे विच एक हाई कोर्ट लीगल सर्विसेज कमेटी कॉन्स्टिट्यूट की जाती है। then डिस्ट्रिक्ट लेवल ਦੇ ਉੱਤੇ ਵੀ ਅਥਾਰਟੀਜ਼ ਨੇ ਤਾਲੂਕਾ ਲੀਗਲ ਸਰਵਿਸ ਕਮੇਟੀ ਕਨਸਟੀਟਿਊਟ ਕੀਤੀ ਜਾਂਦੀ ਹੈ ਡਿਸਟ੍ਰਿਕਟ ਲੈਵਲ ਤੇ ਜ਼ਿਆਦਾਤਰ ਜਿਹੜੀਆਂ ਇਹ ਤਾਲੂਕਾਸ ਨੇ ਇਹ ਨਾਲਸਾ ਦੀਆਂ ਹੀ ਡਾਇਰੈਕਸ਼ਨ ਪਾਲਿਸੀ ਇਹਨਾਂ ਨੂੰ ਹੀ ਫੋਲੋ ਕਰਕੇ ਕੰਮ ਕਰਦੀਆਂ ਨੇ ਤੇ ਨਾਲ ਹੀ ਸਟੇਟਸ ਦੇ ਵਿੱਚ ਲੋਕ ਅਦਾਲਤ ਨੂੰ ਕੰਡਕਟ ਕਰਵਾਉਂਦੀਆਂ ਨੇ। ਸੋ ਲੋਕਾਂ ਦਾ ਕੋਰਟ ਤੇ ਕੰਪਲਿਕੇਟਿਡ ਪ੍ਰੋਸੀਜਰ ਤੋਂ ਬਾਹਰ ਹੀ ਇਸ਼ੂ ਸੋਲਵ ਹੋ ਜਾਏ ਉਹਦੇ ਲਈ ਲੋਕ ਅਦਾਲਤ ਦੀ ਅਵੇਅਰਨੈਸ ਲੋਕਾਂ ਤੱਕ ਪਹੁੰਚਾਉਣੀ ਸਹੀ ਤਰੀਕੇ ਨਾਲ ਉਹਨਾਂ ਨੂੰ ਕੰਡਕਟ ਕਰਵਾਉਣਾ ਟਾਈਮ ਟੂ ਟਾਈਮ ਉਹਨਾਂ ਦੀ ਪ੍ਰੋਸੀਡਿੰਗ ਚੱਲਦੀਆਂ ਰਹਿਣ ਇਹ ਸਾਰੀਆਂ ਚੀਜ਼ਾਂ ਦਾ ਵੀ ਧਿਆਨ ਇਹੀ ਲੀਗਲ ਸਰਵਿਸਿਜ਼ ਅਥਾਰਟੀ ਰੱਖਦੀਆਂ ਨੇ। ਸੋ ਨੈਸ਼ਨਲ ਲੈਵਲ ਤੇ ਹੈ ਸਟੇਟ ਦੈਨ ਡਿਸਟ੍ਰਿਕਟ ਦੈਨ ਤਾਲੂਕਾ। ਨਾਲਸਾ ਇਸ਼ੂ ਗਾਈਡਲਾਈਨਸ ਨਾਲਸਾ ਗਾਈਡਲਾਈਨ ਇਸ਼ੂ ਕਰਦੀ ਹੈ ਸਟੇਟ ਲੈਵਲ ਨੂੰ ਦੈਨ ਸਟੇਟ ਲੈਵਲ ਅਥਾਰਟੀ ਡਿਸਟ੍ਰਿਕਟ ਤਾਲੂਕਾ। ਸੋ ਇਹ ਅਲੱਗ-ਅਲੱਗ ਜਿਹੜੀਆਂ ਨੀਚੇ ਤੱਕ ਜਿਹੜੀਆਂ ਅਥਾਰਟੀਜ਼ ਕੰਮ ਕਰਦੀਆਂ ਨੇ ਇਹ ਵੀ ਸੇਮ ਜਿਵੇਂ ਸੁਪਰੀਮ ਕੋਰਟ ਹਾਈ ਕੋਰਟ ਇਹ ਕੰਮ ਕਰਦੀਆਂ ਨੇ ਇਹ ਤਾਂ ਹੋ ਗਿਆ ਫਾਰਮਲ ਇਹ ਸਿਰਫ ਗਰੀਬ ਲੋਕਾਂ ਦੇ ਲਈ ਹੈ ਸਪੈਸ਼ਲੀ ਅਨਰੈਪ੍ਰੈਜ਼ੈਂਟਡ ਵੀਕਰ ਵਲਨਰੇਬਲ ਸੈਕਸ਼ਨਸ ਦੇ ਲਈ ਹੈ। ਉਹਨਾਂ ਨੂੰ ਇੱਕ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਵਾਉਣੀ ਉਹਨਾਂ ਨੇ ਆਪਣਾ ਕੇਸ ਕਿਵੇਂ ਲੈ ਕੇ ਜਾਣਾ ਉਹਨਾਂ ਨੂੰ ਹਰ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਲੀਗਲ ਜੇ ਹੈਲਪ ਦੀ ਲੋੜ ਹੈ ਏਡ ਦੀ ਲੋੜ ਹੈ ਸੋ ਉਹ ਏਡ ਪਹੁੰਚਾਉਂਦੀ ਹੈ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਤੇ ਇਹਦੇ ਲਈ ਇਹਨੇ ਸਟੇਟ ਲੈਵਲ ਤੇ ਅਥਾਰਟੀ ਬਣਾਈ ਹੋਈ ਹੈ ਡਿਸਟ੍ਰਿਕਟ ਲੈਵਲ ਤੇ ਬਣਾਈ ਹੋਈ ਹੈ ਤਾਲੂਕਾ ਲੀਗਲ ਸਰਵਿਸ ਕਮੇਟੀ। ਜਿਹੜੇ ਮੇਨ ਕੰਮ ਨੇ ਉਹਦੇ ਵਿੱਚ ਦੋ ਮੇਨ ਕੰਮ ਆਉਂਦੇ ਨੇ ਇੱਕ ਤਾਂ ਲੀਗਲ ਸਰਵਿਸਿਜ਼ ਐਲੀਜੀਬਲ ਪਰਸਨਸ ਨੂੰ ਪ੍ਰੋਵਾਈਡ ਕਰਵਾਉਣੀ ਸਭ ਤੋਂ ਪਹਿਲਾਂ ਦੇਖਦੇ ਨੇ ਕਿ ਜੈਨੂਇਨਲੀ ਉਹ ਪਰਸਨ ਵੀਕਰ ਸੈਕਸ਼ਨ ਨੂੰ ਬਿਲੋਂਗ ਕਰਦਾ। ਫਿਰ ਲੋਕ ਅਦਾਲਤ ਪੀਸਫੁਲੀ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਦੇ ਡਿਸਪਿਊਟ ਸੈਟਲ ਹੋ ਜਾਣ ਉਹਦੇ ਲਈ ਲੋਕ ਅਦਾਲਤ ਨੂੰ ਵੀ ਆਰਗੇਨਾਈਜ਼ ਕਰਵਾਉਣ ਦਾ ਕੰਮ ਨਾਲਸਾ ਦਾ ਹੀ ਹੈ। ਸੋ ਇਹ ਬਹੁਤ ਇੰਪੋਰਟੈਂਟ ਕਨਸੈਪਟ ਹੈ। ਨੈਕਸਟ ਹੁਣ ਆਪਾਂ ਮੋਬਾਈਲ ਕੋਰਟਸ ਤੇ ਲੋਕ ਅਦਾਲਤ ਇਹ ਦੇਖਾਂਗੇ। ਪਹਿਲਾਂ ਹੁਣ ਆਪਾਂ ਨੇ ਪਿੱਛੇ ਨਾਲਸਾ ਕੀਤਾ ਹੈ ਸੋ ਉਹਦੇ ਨਾਲ ਰਿਲੇਟਡ ਲੋਕ ਅਦਾਲਤ ਦਾ ਕਨਸੈਪਟ ਹੈ। ਸੋ ਪਹਿਲਾਂ ਆਪਾਂ ਲੋਕ ਅਦਾਲਤ ਸਮਝ ਲੈਂਦੇ ਹਾਂ। ਲੋਕ ਅਦਾਲਤ ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਦਾ ਇੱਕ ਇੰਪੋਰਟੈਂਟ ਸਿਸਟਮ ਹੈ। ADR ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਇਹ ਆਪਾਂ ਅੱਗੇ ਡਿਟੇਲ ਚ ਪੜਾਂਗੇ ਕਿ ਇਹ ਕੀ ਹੁੰਦਾ। ਇਹਦਾ ਸਿੰਪਲ ਸ਼ਬਦਾਂ 'ਚ ਮਤਲਬ ਹੈ ਲੋਕ ਅਦਾਲਤ ਦਾ ਮਤਲਬ ਹੈ ਲੋਕਾਂ ਦੀ ਕੋਰਟ ਪੀਪਲਸ ਕੋਰਟ ਇਹਨੂੰ ਗਵਰਨ ਕਰਦੀ ਹੈ ਲੋਕ ਅਦਾਲਤ ਨੂੰ ਚਲਾਉਂਦੀ ਹੈ। ਇਹ ਆਪਾਂ ਨੇ ਪਿੱਛੇ ਪੜਿਆ ਲੀਗਲ ਸਰਵਿਸਿਜ਼ ਅਥਾਰਟੀ ਐਕਟ 1987 ਜਿਹੜੇ ਲੋਕ ਅਦਾਲਤ ਦੇ ਡਿਸੀਜਨ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਅਵਾਰਡ ਦਾ ਜਿਹੜੀ ਵੀ ਪਾਰਟੀ ਲੋਕ ਅਦਾਲਤ ਵਿੱਚ ਆਪਣਾ ਕੇਸ ਲੈ ਕੇ ਜਾਂਦੀ ਹੈ ਉਹਨੂੰ ਉਹਦਾ ਡਿਸੀਜਨ ਮੰਨਣਾ ਪਊਗਾ। ਸੋ ਜਿਹੜਾ ਅਵਾਰਡ ਹੈ ਡਿਸੀਜਨ ਹੈ ਲੋਕ ਅਦਾਲਤ ਦਾ ਇਹ ਜਿਵੇਂ ਕੋਈ ਹੋਰ ਕੋਰਟ ਡਿਸੀਜਨ ਦਿੰਦੀ ਹੈ ਕੋਈ ਸੁਪਰੀਮ ਕੋਰਟ ਹਾਈ ਕੋਰਟ ਡਿਸਟ੍ਰਿਕਟ ਕੋਰਟ ਸਿਮਿਲਰਲੀ ਲੋਕ ਅਦਾਲਤ ਦਾ ਜਿਹੜਾ ਡਿਸੀਜਨ ਹੈ ਜਿਹਨੂੰ ਅਵਾਰਡ ਕਹਿੰਦੇ ਆ ਉਹ ਵੀ ਪਾਰਟੀਜ਼ ਉੱਤੇ ਬਾਈਂਡਿੰਗ ਹੈ। ਲੋਕ ਅਦਾਲਤ ਕੈਨ ਗਿਵਨ ਸਰਟਨ ਪਾਵਰ ਲੋਕ ਅਦਾਲਤ ਨੂੰ ਕੁਝ ਪਾਵਰ ਦਿੱਤੀਆਂ ਗਈਆਂ ਨੇ ਜਿਹੜੀਆਂ ਪਾਵਰਸ ਇੱਕ ਸਿਵਲ ਕੋਰਟ ਕੋਲ ਹੁੰਦੀਆਂ ਨੇ। ਇਹਨਾਂ ਦੀ ਜੂਰਿਸਡਿਕਸ਼ਨ ਬਹੁਤ ਵਾਈਡ ਹੈ ਇਹਨਾਂ ਕੋਲ ਸਿਵਲ ਕੇਸ ਵੀ ਆਉਂਦੇ ਨੇ ਲੋਕ ਅਦਾਲਤ ਵਿੱਚ ਕ੍ਰਿਮੀਨਲ ਵੀ ਆਉਂਦੇ ਨੇ ਰੈਵਨਿਊ ਕੋਰਟ ਦੇ ਆਉਂਦੇ ਨੇ ਟ੍ਰਿਬਿਊਨਲਸ ਦੇ ਕੇਸ ਆਉਂਦੇ ਨੇ। ਸੋ ਲੋਕ ਅਦਾਲਤ ਨੇ ਇਹ ਰੈਗੂਲਰ ਕੋਰਟਸ ਹੀ ਨੇ ਉਰੇ ਜਿਹੜੀਆਂ ਹੁਣ ਆਪਾਂ ਨੂੰ ਪਤਾ ਹੈ ਕਿ ਕੋਰਟਸ ਦੇ ਵਿੱਚ ਇੰਨਾ ਟਾਈਮ ਕੇਸਿਸ ਪੈਂਡਿੰਗ ਰਹਿੰਦੇ ਨੇ ਗਰੀਬ ਲੋਕਾਂ ਨੂੰ ਇੰਨੇ ਧੱਕੇ ਖਾਣੇ ਪੈਂਦੇ ਨੇ ਡੇਟਸ ਨਹੀਂ ਮਿਲਦੀਆਂ। ਸੋ ਲੋਕ ਅਦਾਲਤ ਦਾ ਮੇਨ ਕੰਮ ਹੈ ਇਹਦਾ ਮੇਨ ਕਨਸੈਪਟ ਹੈ ਕਿ ਲੋਕਾਂ ਦੇ ਡਿਸੀਜਨਸ ਨੂੰ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਨੇਚਰ ਦੇ ਨਹੀਂ ਹੈਗੇ ਪੀਸਫੁਲੀ ਸ਼ਾਂਤਮਈ ਤਰੀਕੇ ਨਾਲ ਸੋਲਵ ਹੋ ਸਕਦੇ ਨੇ ਘੱਟ ਸਮੇਂ ਦੇ ਵਿੱਚ ਲੋਕ ਅਦਾਲਤ ਉਹਨਾਂ ਕੇਸਿਸ ਨੂੰ ਵੀਕਰ ਸੈਕਸ਼ਨ ਦੇ ਜਿਹੜੇ ਲੋਕ ਨੇ ਸਪੈਸ਼ਲੀ ਉਹਨਾਂ ਦੇ ਕੇਸਿਸ ਨੂੰ ਸੋਲਵ ਕਰਵਾਉਂਦੀ ਹੈ। ਤੇ ਲੋਕ ਅਦਾਲਤ ਦੇ ਵਿੱਚ ਜਿਹੜੇ ਮੇਨ ਅਥਾਰਟੀਜ਼ ਨੇ ਉਰੇ ਇਹ ਨਹੀਂ ਕਿ ਕੋਈ ਵੀ ਰੈਂਡਮ ਪਰਸਨ ਨੂੰ ਉੱਥੇ ਬਿਠਾ ਦਿੱਤਾ ਜਾਂਦਾ ਜੱਜ ਬਣਾ ਕੇ ਉਰੇ ਵੀ ਰਿਟਾਇਰਡ ਜੁਡੀਸ਼ੀਅਲ ਆਫਿਸਰ ਜਾਂ ਸਿਟਿੰਗ ਜੁਡੀਸ਼ੀਅਲ ਆਫਿਸਰ ਹੀ ਡਿਸੀਜਨ ਦਿੰਦੇ ਨੇ ਸਪੈਸੀਫਿਕ ਉਰੇ ਅਪਾਇੰਟਮੈਂਟਸ ਕੀਤੀਆਂ ਜਾਂਦੀਆਂ ਨੇ ਜੁਡੀਸ਼ੀਅਲ ਆਫਿਸਰਸ ਦੀਆਂ। ਉਸ ਤੋਂ ਬਾਅਦ ਪ੍ਰੋਪਰ ਲਾਇਰ ਹੁੰਦੇ ਨੇ ਸੋਸ਼ਲ ਵਰਕਰ ਹੁੰਦੇ ਨੇ
ਤੇ एग्जाम ਦੇ ਲਈ ਇੱਕ ਸਟੈਟਿਕ ਫੈਕਟ ਜੋ ਤੁਸੀਂ ਯਾਦ ਰੱਖਣਾ ਹੈ, ਪਹਿਲੀ ਲੋਕ ਅਦਾਲਤ ਕਦੋਂ ਤੇ ਕਿੱਥੇ ਹੋਈ ਸੀ? ਪਹਿਲੀ ਲੋਕ ਅਦਾਲਤ ਹੋਈ ਸੀ 14 ਮਾਰਚ 1982 ਨੂੰ ਜੂਨਾਗੜ੍ਹ, ਗੁਜਰਾਤ। So this is very important fact. Next concept है मोबाइल कोड्स ਦਾ। मोबाइल कोड ਦਾ ਮਤਲਬ ਹੈ ਬਹੁਤ ਛੋਟੀ ਜੀ ਕੋਡ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦੀ ਹੈ ਕੋਡ। ਇੱਕ ਵਹੀਕਲ ਦੇ ਉੱਤੇ ਕੋਡ ਸੈਟਅਪ ਕੀਤੀ ਜਾਂਦੀ ਹੈ ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀ ਹੈ, ਪਰ ਇੱਕ ਪ੍ਰੋਪਰ ਪਹਿਲਾ ਪਲਾਨ ਹੁੰਦਾ, ਲੋਕਾਂ ਨੂੰ ਪਤਾ ਹੁੰਦਾ, ਸ਼ਡਿਊਲਡ ਪਲਾਨ ਤਿਆਰ ਕੀਤਾ ਜਾਂਦਾ ਹੈ। ਸੋ ਇਹਦੇ ਅੰਦਰ ਕੀ ਹੈ, ਲੋਕਾਂ ਤੱਕ ਕੋਡ ਖੁਦ ਚੱਲ ਕੇ ਜਾਂਦੀ ਹੈ। ਇਹਦਾ ਇਹ ਮਤਲਬ ਹੈ ਕਿ ਡੋਰ ਸਟੈਪ ਦੇ ਉੱਤੇ ਕਾਫੀ ਸਾਰੇ ਇਹੋ ਜਿਹੇ ਰੂਰਲ ਲੋਕ ਨੇ, ਰਿਮੋਟ ਏਰੀਆਜ਼ ਨੇ ਜਿੱਥੇ ਇੰਨੀ ਫੈਸਿਲਿਟੀਜ਼ ਨਹੀਂ, ਪ੍ਰੋਪਰ ਕੋਰਟਸ ਇਸਟੈਬਲਿਸ਼ ਨਹੀਂ ਹੋ ਸਕਦੀਆਂ। ਸੋ ਉੱਥੋਂ ਦੇ ਲੋਕਾਂ ਲਈ, ਲੋਕਾਂ ਨੂੰ ਇੱਕ ਜੁਡੀਸ਼ੀਅਲ ਸਿਸਟਮ ਬਾਰੇ, ਸਪੈਸ਼ਲੀ ਜਿਹੜੇ ਰੂਰਲ ਲੋਕ ਨੇ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ, ਜਾਗਰੂਕਤਾ ਪੈਦਾ ਕਰਨ ਦੇ ਲਈ, ਉਹਨਾਂ ਦੇ ਲਈ ਡੋਰ ਸਟੈਪ ਉੱਤੇ ਉਹਨਾਂ ਦੇ ਏਰੀਆਜ਼ ਦੇ ਵਿੱਚ ਇਹ ਕੋਰਟਸ ਜਾਂਦੀਆਂ ਨੇ। ਜਿਹੜੀਆਂ ਕੋਰਟਸ ਨੇ ਉਰੇ ਹੀਅਰਿੰਗਸ ਹੁੰਦੀਆਂ ਨੇ ਤੇ ਜ਼ਿਆਦਾਤਰ ਉਰੇ ਪੋਸਟਪੋਨ ਨਹੀਂ ਹੁੰਦੀਆਂ। ਥੀਸ ਕੋਰਟ ਸ਼ੁੱਡ ਸੀ ਟੂ ਦੈਟ ਹੀਅਰਿੰਗਸ ਆਰ ਨਾਟ unnecessarily postponed. Mobile court is equipped to receive complaints, civil criminal application, grant bail, remand accused. ਸੋ ਇਹ ਸਾਰਾ ਕੁਝ ਦੱਸਿਆ ਹੋਇਆ ਹੈ ਕਿ ਮੋਬਾਈਲ ਕੋਰਟਸ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਡਿਸੀਜਨ ਨੇ ਉਹ ਲਏ ਜਾਂਦੇ ਨੇ। ਉਰੇ ਕੰਪਲੇਂਟਸ ਵੀ ਰਿਸੀਵ ਕੀਤੀਆਂ ਜਾਂਦੀਆਂ ਨੇ, ਸਿਵਲ ਕ੍ਰਿਮੀਨਲ ਐਪਲੀਕੇਸ਼ਨਸ ਵੀ ਲਗਾਈਆਂ ਜਾਂਦੀਆਂ ਨੇ, ਬੇਲ ਜੇ ਕਿਸੇ ਨੂੰ ਦੇਣੀ ਹੈ ਤਾਂ ਉਹਦਾ ਵੀ ਉਰੇ ਕੇਸ ਆ ਜਾਂਦਾ ਹੈ, ਕਿਸੇ ਨੂੰ ਸੰਮਨ ਦੇਣੇ ਨੇ, ਕੋਈ ਪੁਲਿਸ ਰਿਪੋਰਟ ਰਿਸੀਵ ਕਰਨੀ ਹੈ। ਸੋ ਇੱਕ ਪ੍ਰੋਪਰ ਜੁਡੀਸ਼ਰੀ ਦੇ ਇਨਵੈਸਟੀਗੇਸ਼ਨ ਟਰਾਇਲ ਤੋਂ ਕੁਝ ਜਿਹੜੇ ਬੇਸਿਕ ਪਹਿਲਾਂ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਕੋਈ ਇਨਸਾਨ ਹੈ ਉਹ ਕੋਰਟ ਵਿੱਚ ਜਾ ਕੇ ਆਪਣਾ ਕੇਸ ਨਹੀਂ ਫਾਈਲ ਕਰ ਸਕਦਾ, ਕੋਈ ਕੰਪਲੇਂਟ ਲਗਾਉਣੀ ਹੈ, ਕੋਈ ਬੇਲ ਐਪਲੀਕੇਸ਼ਨ ਲਗਾਉਣੀ ਹੈ। ਸੋ ਇਸ ਤਰ੍ਹਾਂ ਦੀ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਮੋਬਾਈਲ ਕੋਰਟ ਰੂਰਲ ਏਰੀਆਜ਼, ਰਿਮੋਟ ਏਰੀਆ, ਬੈਕਵਰਡ ਏਰੀਆ ਵਿੱਚ ਖੁਦ ਕੋਰਟ ਪਹੁੰਚਦੀ ਹੈ ਵਹੀਕਲ ਉੱਤੇ। ਸੋ ਉੱਥੇ ਲੋਕਾਂ ਤੋਂ ਉਹਨਾਂ ਦੀ ਜੋ ਐਪਲੀਕੇਸ਼ਨਸ ਨੇ ਉਹ ਲਈਆਂ ਜਾਂਦੀਆਂ ਨੇ। ਇਟ ਆਲਸੋ ਡਿਲੀਵਰ ਸਰਟੀਫਾਈਡ ਕਾਪੀ। ਜੋ ਵੀ ਡਿਸੀਜਨ ਦਿੰਦੇ ਆ ਇਹ ਮੋਬਾਈਲ ਕੋਰਟਸ, ਇਹਨਾਂ ਦੀ ਪ੍ਰੋਪਰ ਪ੍ਰੋਸੀਡਿੰਗ ਹੁੰਦੀਆਂ ਨੇ, ਟਾਈਮ ਹੁੰਦਾ ਹੈ, ਸ਼ਡਿਊਲ ਹੁੰਦਾ ਹੈ, ਲੋਕਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਸੁਣਵਾਈ ਕਿਸ ਤਰੀਕ ਨੂੰ ਹੈ। ਜਿਹੜੇ ਵੀ ਡਿਸੀਜਨ ਦਿੰਦੇ ਨੇ ਉਹਨਾਂ ਦੀਆਂ ਕਾਪੀਜ਼ ਵੀ ਮੋਬਾਈਲ ਕੋਰਟ ਲੋਕਾਂ ਤੱਕ ਪਹੁੰਚਾਉਂਦੇ ਨੇ, ਸਰਟੀਫਿਕੇਟ ਕਾਪੀਜ਼। ਨੈਕਸਟ ਇੰਪੋਰਟੈਂਟ ਸਟੈਟਿਕ ਫੈਕਟ ਜੋ ਐਗਜ਼ਾਮ ਦੇ ਲਈ ਤੁਸੀਂ ਯਾਦ ਰੱਖਣਾ ਹੈ, ਪਹਿਲੀ ਭਾਰਤ ਦੀ ਮੋਬਾਈਲ ਕੋਰਟ ਕਿੱਥੇ ਲਾਂਚ ਕੀਤੀ ਗਈ ਸੀ? ਸੋ ਪਹਿਲੀ ਮੋਬਾਈਲ ਕੋਰਟ ਲਾਂਚ ਕੀਤੀ ਸੀ ਮੇਵਾਤ ਜ਼ਿਲ੍ਹਾ, ਹਰਿਆਣਾ ਸਟੇਟ। ਸੋ launched at ਮੇਵਾਤ ਡਿਸਟ੍ਰਿਕਟ ਇਨ ਹਰਿਆਣਾ। ਇਹ ਵੀ ਕੁਝ ਇਹੋ ਜਿਹੇ ਜੁਡੀਸ਼ਰੀ ਦੇ ਨਾਲ ਰਿਲੇਟਡ ਕਨਸੈਪਟ ਨੇ ਜਿਹੜੇ ਆਪਾਂ ਆਮ ਤੌਰ ਤੇ ਮਿਸ ਕਰ ਦਿੰਦੇ ਹਾਂ ਜਦੋਂ ਵੀ ਆਪਾਂ ਜੁਡੀਸ਼ਰੀ ਦਾ ਕਨਸੈਪਟ ਤਿਆਰ ਕਰਦੇ ਹਾਂ। ਸੋ ਆਪਾਂ ਨੇ ਟਰਾਈ ਕਰਨਾ ਹੈ ਕਿ ਕੋਈ ਵੀ ਪੇਪਰ ਹੋਵੇ, ਆਪਾਂ ਨੂੰ ਜੋ ਟੌਪਿਕ ਦਿੱਤਾ ਉਹਦੇ ਨਾਲ ਰਿਲੇਟਡ ਜਿੰਨੇ ਵੀ ਰੈਲੇਵੈਂਟ ਫੈਕਟ ਨੇ, ਟੌਪਿਕਸ ਨੇ, ਆਪਾਂ ਸਾਰੇ ਐਗਜ਼ਾਮ ਦੇ ਲਈ ਤਿਆਰ ਕਰਕੇ ਜਾਈਏ। ਨੈਕਸਟ ਕਨਸੈਪਟ ਹੈ ADR ਦਾ, ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ। ਸੋ ਜਿਹੜਾ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਹੈ, ਇਹਦਾ ਮਤਲਬ ਹੈ ਕਿ ਬਿਨਾਂ ਕੋਰਟ ਦੇ ਫਾਰਮਲ ਪ੍ਰੋਸੀਜਰ 'ਚ ਗਏ ਜੇ ਆਪਾਂ ਚਾਹੀਏ ਤਾਂ ਆਪਣਾ ਕੇਸ ਹੈ ਉਹਨੂੰ ਇੱਕ ਤੀਜਾ ਬੰਦਾ ਬਿਠਾ ਕੇ, ਜਿਹੜਾ ਦੋਨੋਂ ਪਾਰਟੀਆਂ ਦੇ ਲਈ ਇੱਕ ਕਾਮਨ ਨਿਊਟਰਲ ਪਰਸਨ ਹੋਵੇ, ਬਾਇਸਡ ਨਾ ਹੋਵੇ, ਇੱਕ ਪਾਸੇ ਦਾ ਕੋਈ ਪੱਖ ਨਾ ਰੱਖੇ, ਉਹ ਬਿਲਕੁਲ ਕੋਈ ਥਰਡ ਪਾਰਟੀ ਹੋਵੇ ਜਿਹਦਾ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਉਸ ਤਰ੍ਹਾਂ ਦੇ ਪਰਸਨ ਨੂੰ ਬਿਠਾ ਕੇ, ਇੱਕ ਥਰਡ ਪਰਸਨ ਨੂੰ ਬਿਠਾ ਕੇ ਜਦੋਂ ਦੋ ਪਾਰਟੀਆਂ ਆਪਣਾ ਕੇਸ ਸੋਲਵ ਕਰਵਾਉਂਦੀਆਂ ਨੇ ਬਿਨਾਂ ਕੋਰਟ ਗਏ, ਕੋਰਟ ਤੋਂ ਬਾਹਰ। So it encompass arrangement of means to resolve conflict without formal litigation. ਇਹਦੇ ਨਾਲ ਜਿਹੜਾ ਖਰਚਾ ਹੈ ਉਹ ਵੀ ਘਟਦਾ ਹੈ, delay ਵੀ ਨਹੀਂ ਹੁੰਦੀ। Avoid the adversarial nature of litigation. ਸੋ ਜੋ ਕੋਰਟ ਦੇ ਚੱਕਰਾਂ 'ਚ ਇੰਨਾ ਪੈਣਾ ਪੈਂਦਾ ਹੈ, ਸਾਰਾ ਕੰਮ ਵੀ ਖਰਾਬ ਹੁੰਦਾ ਪਾਰਟੀਆਂ ਦਾ, ਕਾਸਟ ਵੀ ਬਹੁਤ ਲੱਗਦੀ ਹੈ, ਡਿਲੇਜ਼ ਵੀ ਹੁੰਦੇ ਰਹਿੰਦੇ ਨੇ, ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਸਭ ਤੋਂ ਬੈਸਟ ਹੈ ADR। ਤੇ ਅੱਜ ਕੱਲ੍ਹ ਇੰਡੀਆ ਦੇ ਅੰਦਰ ਸਪੈਸ਼ਲੀ ਜਿਹੜੇ ਕੋਆਪਰੇਟਿਵ ਸੈਕਟਰ ਦੇ ਡਿਸਪਿਊਟ ਨੇ, ਕੋਈ ਆਰਗੇਨਾਈਜੇਸ਼ਨ, ਕੋਈ ਬਿਜ਼ਨਸ ਦੇ ਨਾਲ, ਕੰਪਨੀਜ਼ ਦੇ ਨਾਲ ਰਿਲੇਟਡ ਇਸ਼ੂਜ਼ ਨੇ, ਉਹਨਾਂ ਦਾ ਅੱਜ ਕੱਲ੍ਹ ਇਹ ਫੇਵਰੇਟ ਇੱਕ ਟੈਕਨੀਕ ਬਣ ਗਈ ਆਪਣੇ ਕੇਸਿਸ ਨੂੰ ਸੋਲਵ ਕਰਵਾਉਣ ਦਾ। ਕਿਉਂਕਿ ਇੰਡੀਆ ਦੇ ਅੰਦਰ ਕੀ ਹੈ ਕਿ ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਇਕਨੋਮਿਕ ਗਰੋਥ ਉੱਤੇ ਫੋਕਸ ਕੀਤਾ ਜਾ ਰਿਹਾ ਹੈ। ਸੋ ਕੇਸਿਸ ਜਲਦੀ ਤੋਂ ਜਲਦੀ ਸੋਲਵ ਹੋਣ, ਜ਼ਿਆਦਾ ਡਿਲੇ ਨਾ ਹੋਵੇ, ਜ਼ਿਆਦਾ ਇਕਨੋਮੀ ਉੱਤੇ ਉਹਨਾਂ ਦਾ ਅਸਰ ਨਾ ਪਵੇ। ਸੋ ਉਹਦੇ ਲਈ ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਨੂੰ ਬੈਸਟ ਤਰੀਕਾ ਮੰਨਿਆ ਜਾਂਦਾ ਹੈ। ਇਹਦੇ ਅੰਦਰ ਮੇਨ 4 ਤਰੀਕੇ ਨੇ।
सब तो पहला है कंसीलिएशन। कंसीलिएशन का मतलब है कि पार्टीज जे किसी भी आपस ਦੇ ਵਿੱਚ ਚਾਹਣ ਤਾਂ ਇੱਕ ਇਹੋ ਜਿਹਾ ਇਨਵਾਇਰਨਮੈਂਟ ਤਿਆਰ ਕਰ ਲੈਣ, ਇੱਕ ਇਨਫਾਰਮਲ ਤਰੀਕੇ ਨਾਲ ਬੈਠ ਕੇ ਆਪਸ ਦੇ ਵਿੱਚ ਨੈਗੋਸ਼ੀਏਟ ਕਰ ਲੈਣ, ਕੁਝ ਗੱਲਾਂ ਇੱਕ ਪਾਰਟੀ ਦੂਜੀ ਦੀ ਮੰਨ ਲੇ, ਕੁਝ ਦੂਜੀ ਪਹਿਲੀ ਪਾਰਟੀ ਦੀ ਮੰਨ ਲੇ, ਸੋ ਸਿੰਪਲੀ ਗੱਲਬਾਤ ਕਰਕੇ। ਦੂਜਾ ਹੈ ਮੀਡੀਏਸ਼ਨ। ਮੀਡੀਏਸ਼ਨ ਦਾ ਮਤਲਬ ਹੈ ਜੇ ਕੰਸੀਲੀਏਸ਼ਨ ਗੱਲਬਾਤ ਕਰਕੇ ਆਪਸ ਦੇ ਵਿੱਚ ਡਿਸੀਜਨ ਨਹੀਂ ਆਉਂਦਾ, ਕੇਸ ਸੋਲਵ ਨਹੀਂ ਹੁੰਦਾ, ਤਾਂ ਇੱਕ ਨਿਊਟਰਲ ਥਰਡ ਪਾਰਟੀ ਨੂੰ ਬਿਠਾ ਸਕਦੇ ਹੋ ਜਿਹੜਾ ਤੁਹਾਡੀ ਇਸ ਗੱਲਬਾਤ ਨੂੰ ਅਸਿਸਟ ਕਰ ਸਕਦਾ ਹੈ। ਉਹ ਆਪਣਾ ਡਿਸੀਜਨ ਦੇ ਸਕਦਾ ਹੈ ਤੁਹਾਡੇ ਦੋ ਪਾਰਟੀਆਂ ਦੀ ਗੱਲਾਂ ਨੂੰ ਸੁਣਨ ਤੋਂ ਬਾਅਦ। ਸੋ ਜਿਹੜਾ ਉਹਦਾ ਡਿਸੀਜਨ ਹੋਊਗਾ ਮੀਡੀਏਸ਼ਨ ਦਾ, ਸੋ ਉਹ ਪਾਰਟੀਆਂ ਨੂੰ ਫਿਰ ਮੰਨਣਾ ਪਊ। ਜੇ ਮੀਡੀਏਸ਼ਨ ਦੇ ਨਾਲ ਵੀ ਕੰਮ ਨਾ ਤੁਹਾਡਾ ਸੋਲਵ ਹੋਵੇ, ਤੁਹਾਡਾ ਡਿਸਪਿਊਟ ਨਾ ਸੋਲਵ ਹੋਵੇ, ਤਾਂ ਫਿਰ ਤੁਹਾਡੇ ਕੋਲ ਤੀਜਾ ਤਰੀਕਾ ਹੈ ਆਰਬਿਟ੍ਰੇਸ਼ਨ ਦਾ। ਆਰਬਿਟ੍ਰੇਸ਼ਨ ਦੇ ਵਿੱਚ ਕੀ ਹੁੰਦਾ, ਪਾਰਟੀਜ਼ ਇੱਕ ਪ੍ਰੋਪਰਲੀ ਇੱਕ ਕੋਈ ਜੁਡੀਸ਼ੀਅਲ ਅੰਡਰਸਟੈਂਡਿੰਗ ਵਾਲਾ, ਇੱਕ ਰੀਜ਼ਨੇਬਲ ਨੌਲੇਜ ਵਾਲਾ ਪਰਸਨ ਅਪੁਆਇੰਟ ਕਰਦੇ ਨੇ। ਪ੍ਰੋਪਰ ਉਹਦੀ ਅਪੁਆਇੰਟਮੈਂਟ ਹੁੰਦੀ ਹੈ, ਇਹ ਨਹੀਂ ਕਿ ਇਨਫਾਰਮਲ ਤਰੀਕੇ ਦੇ ਨਾਲ। ਉਹ ਪਰਸਨ ਪ੍ਰੋਪਰ ਅਪੁਆਇੰਟ ਕੀਤਾ ਜਾਊਗਾ, ਇੱਕ ਮਿਊਚੁਅਲੀ ਐਕਸੈਪਟਡ, ਦੋਨੋਂ ਪਾਰਟੀਜ਼ ਇੱਕ ਅਗਰੀਮੈਂਟ ਤਿਆਰ ਕਰਨਗੀਆਂ, ਇੱਕ ਕੰਟਰੈਕਟ ਬਣਾਉਣਗੀਆਂ ਆਰਬਿਟ੍ਰੇਸ਼ਨ ਦਾ ਕਿ ਅਸੀਂ ਇੱਕ ਡਿਸਪਿਊਟ ਹੈ, ਇਹ ਸਾਡਾ ਪਹਿਲਾ ਇਸ਼ੂ ਸੀਗਾ, ਇਹ ਡਿਸਪਿਊਟ ਹੈ, ਇਹ ਥਰਡ ਪਰਸਨ ਨੂੰ ਅਸੀਂ ਆਪਣਾ ਆਰਬਿਟ੍ਰੇਟਰ ਬਣਾ ਰਹੇ ਹਾਂ। ਸੋ ਜਿਹੜਾ ਵੀ ਆਰਬਿਟ੍ਰੇਟਰ ਡਿਸੀਜਨ ਦਊਗਾ ਫਿਰ ਉਹ ਪਾਰਟੀਜ਼ ਨੂੰ ਮੰਨਣਾ ਪਊਗਾ। ਹੀਅਰ ਆਰਗੂਮੈਂਟ ਦੋਨੋਂ ਪਾਰਟੀਜ਼ ਦੀ, ਜਿਵੇਂ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਉਵੇਂ ਸੁਣਵਾਈ ਕਰੂਗਾ ਆਰਬਿਟ੍ਰੇਟਰ, ਉਸ ਤੋਂ ਬਾਅਦ ਆਪਣੀ ਜਜਮੈਂਟ ਦਊਗਾ। ਜਿਹੜੀ ਜਜਮੈਂਟ ਹੁੰਦੀ ਹੈ ਆਰਬਿਟ੍ਰੇਸ਼ਨ ਦੀ, ਸੋ ਪਹਿਲੇ ਜਿਹੜੇ ਦੋ ਸਟੈਪ ਸੀ ਕੰਸੀਲੀਏਸ਼ਨ ਤੇ ਮੀਡੀਏਸ਼ਨ, ਇਹ ਤਾਂ ਵੈਸੇ ਹੀ ਸੀ ਗੱਲਬਾਤ ਵਾਲੀ। ਹੁਣ ਉਰੇ ਆਰਬਿਟ੍ਰੇਸ਼ਨ ਦੇ ਉੱਤੇ ਥੋੜਾ ਜਿਹਾ ਸਟ੍ਰਿਕਟ ਅਪਰੋਚ ਆ ਗਈ, ਕਿਉਂਕਿ ਉਰੇ ਜਿਹੜਾ ਪਰਸਨ ਅਪੁਆਇੰਟ ਕੀਤਾ ਹੈ ਉਹ ਜੋ ਡਿਸੀਜਨ ਦਊਗਾ, ਜੋ ਜਜਮੈਂਟ ਦਊ, ਅਵਾਰਡ ਦਊ, ਉਹ ਬਾਈਂਡਿੰਗ ਹੋ, ਪਾਰਟੀਜ਼ ਨੂੰ ਮੰਨਣੀ ਪਊ, ਕਿਉਂਕਿ ਇਹ ਆਰਬਿਟ੍ਰੇਸ਼ਨ ਇੱਕ ਪ੍ਰੋਪਰ ਕੰਟਰੈਕਟ ਦੇ ਜ਼ਰੀਏ ਹੁੰਦੀ ਹੈ। ਉਸ ਤੋਂ ਬਾਅਦ ਹੈ ਚੌਥਾ ਸਟੈਪ, ਜੇ ਆਰਬਿਟ੍ਰੇਸ਼ਨ ਦੇ ਨਾਲ ਵੀ ਗੱਲ ਨਾ ਬਣੇ ਫਿਰ ਆਉਂਦੀ ਹੈ ਲੋਕ ਅਦਾਲਤ, ਪੀਪਲਸ ਕੋਰਟ, ਜਿਹਦਾ ਆਪਾਂ ਪੂਰਾ ਕੰਸੈਪਟ ਪਿੱਛੇ ਪੜ ਚੁੱਕੇ ਹਾਂ। ਸੋ ਲੋਕ ਅਦਾਲਤ ਇੱਕ ਹੋਰ ਜ਼ਿਆਦਾ ਆਰਬਿਟ੍ਰੇਸ਼ਨ ਤੋਂ ਵੀ ਇੱਕ ਉੱਪਰਲੇ ਸਟੈਪ ਦੀ ਫਾਰਮਲ ਅਪਰੋਚ ਆ ਜਾਂਦੀ ਹੈ। So now come very important and interesting topic. So वैसे ਇਹ ਜੁਡੀਸ਼ਰੀ ਦਾ ਟੌਪਿਕ ਐਜ਼ ਸੱਚ ਡਾਇਰੈਕਟਲੀ ਨਹੀਂ ਹੈ, ਪਰ ਜਿਹੜਾ ਇਹ ਕੰਸੈਪਟ ਹੈ ਇਹ ਜੁਡੀਸ਼ਰੀ ਦੇ ਹੀ ਅਲੱਗ-ਅਲੱਗ ਡਿਸੀਜਨਸ ਚੋਂ ਨਿਕਲ ਕੇ ਆਇਆ ਹੈ, ਅਲੱਗ-ਅਲੱਗ ਜਜਮੈਂਟਸ ਚੋਂ ਨਿਕਲ ਕੇ ਆਇਆ ਹੈ, ਸੁਪਰੀਮ ਕੋਰਟ ਦੀ, ਹਾਈ ਕੋਰਟ ਦੀ। ਬਾਰ-ਬਾਰ ਇਹ ਕੰਸੈਪਟ ਹੈ ਜਿਹੜਾ ਕੋਰਟਸ ਕੋਲ ਜਾਂਦਾ ਤੇ ਫਿਰ ਅਲੱਗ-ਅਲੱਗ ਤਰ੍ਹਾਂ ਦੇ ਡਿਸੀਜਨ ਆਉਂਦੇ ਨੇ। ਸੋ ਇਸੇ ਲਈ ਤੇ ਇਹ ਅੱਜਕੱਲ ਕਰੰਟ ਅਫੇਅਰ ਦਾ ਵੀ ਵਨ ਆਫ ਦ ਮੋਸਟ ਇੰਪੋਰਟੈਂਟ ਟੌਪਿਕ ਹੈ। ਸੋ यूनिफॉर्म सिविल कोड, सब तो पहला तो जो आप वर्ड पढ़ते हैं अपने दिमाग में संविधान का एक आर्टिकल आता जिथे इहदी गल हो रही है, वो है आर्टिकल 44। सो ये लिखा हुआ आर्टिकल 44। आर्टिकल 44 कहता स्टेट शैल इंडेवर टू सिक्योर फॉर सिटीजन अ यूनिफॉर्म सिविल कोड थ्रू आउट द टैरेटरी ऑफ इंडिया। जदों भी देश की सरकार नूं लगे कि यूनिफॉर्म सिविल कोड देश के नागरिकों के लिए जरूरी है तो पूरे देश विच लागू कर सकते हैं ते उन्हें लागू करने के लिए हर जरूरी कदम स्टेट चक्कूगी। ये कह रहा आर्टिकल 44 जिहड़ा डायरैक्टिव प्रिंसीपल है स्टेट पॉलिसी का। पर ये जिहड़ी गल है यूनिफॉर्म सिविल कोड की संविधान च लिखी हुई है, डॉक्टर BR अंबेडकर, जवाहर लाल नेहरू ये चाहते सी कि यूनिफॉर्म सिविल कोड इंप्लीमेंट होवे, पर यह चीज़ विच ही छड्डनी पै गई क्योंकि काफ़ी सारे इस चीज़ नूं अपोज भी कर रही सी पार्टीज। इस कंसैप्ट नूं सपोर्ट कर रही सी हिंदू राइट विंग BJP, शिव सेना, ते इस कंसैप्ट नूं अपोज कर रही सी कांग्रेस पार्टी ते ऑल इंडिया मुस्लिम पर्सनल लॉ बोर्ड। इसलिए इनू इनफोर्स नहीं किया गया, इनू इसे तरह संविधान की एक प्रोविजन विच पा के छड्डता। पर हुण रीसेंटली मार्च 2022 विच ही एक इंडिया की स्टेट है जिन्हें अपनी असैंबली के अंदर एक रेजोल्यूशन पास किया है यूनिफॉर्म सिविल कोड नूं इंप्लीमेंट करवाउण दे लई। सो तुसीं कॉमेंट करके दसना है कि वो किहड़ी स्टेट है, क्योंकि ये बहुत ही ज़्यादा इंपॉर्टेंट करंट इशू है लॉ दे नाल रिलेटेड ते सारे आने वाले एग्जाम के लिए बहुत ही इंपॉर्टेंट क्वेश्चन रहूगा। सो इस तो पहला एक स्टेट है जिन्हें इनू लागू किया हुआ है, वो है गोवा। सो ये भी थोड़ा पता होना चाहिए। कुछ जजमेंट्स ने जिन्हां दे अंदर बार बार एक कंसैप्ट आया पर फिर दब गया। सब तो पहला केस सी शाह बानो का केस 1985,
ਉਸ ਤੋਂ ਬਾਅਦ ਸਰਲਾ ਮੁਦਗਿਲ ਵਰਸਸ ਯੂਨੀਅਨ ਆਫ ਇੰਡੀਆ। ਦੈਨ ਕੇਰਲਾ ਪ੍ਰੀਸਟ ਨੇ ਚੈਲੰਜ ਕੀਤਾ ਸੀ ਇੰਡੀਅਨ ਸਕਸੈਸ਼ਨ ਐਕਟ ਦਾ ਸੈਕਸ਼ਨ 118 ਉਹਦੀ ਕਨਸਟੀਟਿਊਸ਼ਨਲ ਵੈਲਿਡਿਟੀ। ਸੋ ਇਹ ਤਿੰਨ ਜੁਡੀਸ਼ਰੀ ਦੇ ਅਲੱਗ-ਅਲੱਗ ਜਜਮੈਂਟਸ ਦੇ ਵਿੱਚ ਡਿਸੀਜਨ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਕਨਸੈਪਟ ਉੱਠਿਆ। ਹੁਣ ਇਹਦੀ ਜ਼ਰੂਰਤ ਕੀ ਹੈ? ਆਪਾਂ ਸੋਚਦੇ ਹਾਂ ਕਿ ਠੀਕ ਹੈ ਇਸੇ ਤਰ੍ਹਾਂ ਸੰਵਿਧਾਨ 'ਚ ਪਿਆ ਸੀ, ਪਿਆ ਰਹਿਣ ਦਿਓ। ਹੁਣ ਇਹਦੀ ਜ਼ਰੂਰਤ ਕੀ ਰਹਿ ਗਈ? ਆਪਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਹਿਜਾਬ ਦਾ ਕਿੰਨਾ ਜ਼ਿਆਦਾ ਇਸ਼ੂ ਆ ਰਿਹਾ ਸੀ। ਕਾਫੀ ਵਾਰੀ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਰਿਲੀਜਨਸ ਨੂੰ ਲੈ ਕੇ ਇੰਡੀਆ ਦੇ ਅੰਦਰ ਇਸ਼ੂਜ਼ ਆਉਂਦੇ ਨੇ। ਇੰਡੀਆ ਕੀ ਹੈ? ਇੱਕ ਸੈਕੂਲਰ ਸਟੇਟ ਹੈ। ਇੰਡੀਆ ਕਿਸੇ ਵੀ ਰਿਲੀਜਨ ਨੂੰ ਦੂਜੇ ਰਿਲੀਜਨ ਤੋਂ ਉੱਪਰ ਨਹੀਂ ਰੱਖਦੀ। ਆਪਾਂ ਸਾਰੇ ਭਾਰਤੀ ਹੈ, ਕੋਈ ਹਿੰਦੂ ਸਿੱਖ ਮੁਸਲਿਮ ਨਹੀਂ ਹੈ। ਸਭ ਤੋਂ ਪਹਿਲਾਂ ਪਹਿਲ ਦੇ ਤੌਰ ਤੇ ਆਪਾਂ ਸਾਰੇ ਇੰਡੀਅਨਸ ਹਾਂ। ਇਸੇ ਚੀਜ਼ ਨੂੰ ਪ੍ਰੋਪਰਲੀ ਲਾਗੂ ਕਰਨ ਦੇ ਲਈ ਇੰਡੀਆ ਦੇ ਅੰਦਰ ਸੈਕੂਲਰਿਜ਼ਮ ਨੂੰ ਪ੍ਰੋਪਰ ਤਰੀਕੇ ਦੇ ਨਾਲ ਲਾਗੂ ਕਰਨ ਦੇ ਲਈ ਇਸ ਚੀਜ਼ ਦੀ ਜ਼ਰੂਰਤ ਹੈ, ਯੂਨੀਫਾਰਮ ਸਿਵਲ ਕੋਡ ਦੀ। ਸਿਵਲ ਕੋਡ ਦੇ ਅੰਦਰ ਕੀ ਹੋਊਗਾ? ਕੋਈ ਵੀ ਵਿਆਹ ਨੂੰ ਲੈ ਕੇ ਲਾਜ਼ ਨੇ, ਕੋਈ ਸਕਸੈਸ਼ਨ ਨੂੰ ਲੈ ਕੇ, ਪ੍ਰਾਪਰਟੀ ਨੂੰ ਵੰਡਣ ਦੇ ਕੋਈ ਡਿਵੋਰਸ ਲਾਅ ਨੇ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਫਿਰ ਕੋਈ ਹਿੰਦੂਜ਼ ਦਾ ਆਪਣਾ ਲਾਅ ਨਹੀਂ ਰਹੂਗਾ ਜੇ ਯੂਨੀਫਾਰਮ ਸਿਵਲ ਕੋਡ ਆ ਗਿਆ, ਕੋਈ ਸਿੱਖ ਦਾ, ਮੁਸਲਿਮ ਦਾ ਨਹੀਂ ਰਹੂਗਾ, ਪਾਰਸਿਸ, ਕ੍ਰਿਸਚਨਸ ਦਾ ਨਹੀਂ ਰਹੂਗਾ। ਕਾਫੀ ਸਾਰੇ ਇਹੋ ਜਿਹੇ ਰਿਲੀਜਨ ਨੇ ਜਿਨ੍ਹਾਂ ਦੇ ਆਪਣੇ ਪਰਸਨਲ ਲਾਜ਼ ਨੇ। ਸੋ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ, ਇਹ ਜਿਵੇਂ ਕੇਸ ਆਇਆ ਸੀ ਸ਼ਾਹਬਾਨੋ ਕੇਸ ਹੋ ਗਿਆ, ਸਰਲਾ ਮੁਦਗਿਲ, ਉਰੇ ਕੀ ਹੋਇਆ ਸੀ, ਜਿਵੇਂ ਇੱਕ ਹਿੰਦੂ ਵਿਮਨ ਹੈ, ਉਹਦਾ ਡਿਵੋਰਸ ਹੋ ਗਿਆ ਤਾਂ ਉਹਨੂੰ ਜ਼ਿਆਦਾ ਫਾਇਦੇ ਮਿਲਦੇ ਨੇ, ਬੈਨੀਫਿਟਸ ਮਿਲਦੇ ਨੇ। ਕੋਰਟ ਦੇ ਅੰਦਰ ਜਦੋਂ ਜਾਂਦੀ ਹੈ, ਆਪਣਾ ਕੇਸ ਫਾਈਲ ਕਰਦੀ ਹੈ ਤਾਂ ਉਹਨੂੰ ਜ਼ਿਆਦਾ ਪ੍ਰੋਵੀਜ਼ਨ, ਉਹਨੂੰ ਜ਼ਿਆਦਾ ਚੀਜ਼ਾਂ ਮਿਲਦੀਆਂ ਨੇ, ਬੈਨੀਫਿਟਸ ਮਿਲਦੇ ਨੇ। ਪਰ ਜਦੋਂ ਇੱਕ ਮੁਸਲਿਮ ਵਿਮਨ ਡਿਵੋਰਸ ਲੈਂਦੀ ਹੈ ਤਾਂ ਉਹਦੇ ਲਈ ਜਿਹੜਾ ਮੁਸਲਿਮ ਪਰਸਨਲ ਲਾਅ ਹੈ, ਡਿਵੋਰਸ ਐਕਟ ਹੈ, ਉਹਦੇ ਅੰਦਰ ਜ਼ਿਆਦਾ ਬੈਨੀਫਿਟਸ ਨਹੀਂ ਦਿੱਤੇ ਹੋਏ, ਕਾਫੀ ਜ਼ਿਆਦਾ ਰਿਸਟ੍ਰਿਕਸ਼ਨਸ ਨੇ। ਸੋ ਉੱਥੇ ਇੱਕ ਮੁਸਲਿਮ ਵਿਮਨ ਦੇ ਨਾਲ ਭੇਦਭਾਵ ਹੋ ਰਿਹਾ। ਉਹ ਇੱਕ ਸੈਕੂਲਰ ਸਟੇਟ ਵਿੱਚ ਰਹਿ ਰਹੀ ਹੈ ਤਾਂ ਜੇ ਇੱਕ ਹਿੰਦੂ ਤਲਾਕਸ਼ੁਦਾ ਔਰਤ ਨੂੰ ਜ਼ਿਆਦਾ ਬੈਨੀਫਿਟਸ ਮਿਲ ਰਹੇ ਨੇ ਕੋਰਟ ਦੇ ਵੱਲੋਂ ਆਫਟਰ ਡਿਵੋਰਸ, ਐਲੀਮਨੀ, ਮੇਨਟੇਨੈਂਸ, ਸਾਰੀਆਂ ਚੀਜ਼ਾਂ, ਜਾਂ ਫਿਰ ਉਸ ਤੋਂ ਬਾਅਦ ਜੇ ਆਪਾਂ ਬੱਚਿਆਂ ਦੇ ਹੱਕਾਂ ਦੀ ਗੱਲ ਕਰੀਏ, ਕਸਟਡੀ ਦਾ ਲਾਅ ਹੈ, ਮੇਨਟੇਨੈਂਸ ਦਾ, ਗਾਰਡੀਅਨਸ਼ਿਪ ਦਾ, ਤਾਂ ਜਿਹੜੇ ਇਹ ਡਿਫਰੈਂਸ ਨੇ ਅਲੱਗ-ਅਲੱਗ ਲਾਅਸ ਦੇ ਅੰਦਰ, ਉਹ ਸਾਰਿਆਂ ਨੂੰ ਇਕੁਅਲ ਕਰਨ ਦੇ ਲਈ, ਸੈਕੂਲਰਿਜ਼ਮ ਦੇ ਕਨਸੈਪਟ ਨੂੰ, ਇਕੁਆਲਿਟੀ ਦੇ ਕਨਸੈਪਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਲਈ ਇਹ ਯੂਨੀਫਾਰਮ ਸਿਵਲ ਕੋਡ ਦੀ ਜ਼ਰੂਰਤ। ਸੋ ਹੁਣ ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ ਇਹਦੀ ਨੀਡ ਕਿਸ ਪੁਆਇੰਟ ਦੇ ਬੇਸਿਸ ਤੇ ਹੈ। ਰਿਲੀਜੀਅਸ ਡਾਇਵਰਸਿਟੀ, ਪਰਸਨਲ ਲਾਅ ਅਨਇਕੁਅਲ ਨੇ ਬਹੁਤ ਸਾਰੇ ਗਰੁੱਪਸ ਤੇ, ਜੋ ਮੈਂ ਤੁਹਾਨੂੰ ਐਗਜ਼ਾਮਪਲਸ ਆਲਰੇਡੀ ਦੱਸੀਆਂ ਨੇ। ਦੈਨ ਪਰਸਨਲ ਲਾਅ ਇਨਕਨਸਿਸਟੈਂਟ ਨੇ, ਕਈਆਂ ਨੂੰ ਮਨੁੱਖੀ ਅਧਿਕਾਰ ਘੱਟ ਮਿਲ ਰਹੇ ਨੇ, ਜ਼ਿਆਦਾ ਮਿਲ ਰਹੇ ਨੇ, ਮੋਰੈਲਿਟੀ ਤੇ ਹਿਊਮਨ ਰਾਈਟਸ ਦੇ ਵੀ ਅਗੇਂਸਟ ਨੇ, ਇਨਕਨਸਿਸਟੈਂਟ ਨੇ। ਕਨਸਟੀਟਿਊਸ਼ਨਲ ਗਰੰਟੀਜ਼ ਹਰ ਇੰਡੀਅਨ ਨੂੰ ਬਰਾਬਰ ਹੈ। ਸੰਵਿਧਾਨ ਕਹਿੰਦਾ ਕਿ ਕੋਈ ਵੀ ਨਾਗਰਿਕ ਹੈ, ਇੰਡੀਅਨ ਸਿਟੀਜ਼ਨ ਹੈ, ਉਹਨੂੰ ਇਕੁਐਲਿਟੀ, ਜਸਟਿਸ, ਰਾਈਟ ਟੂ ਲਾਈਫ ਹੈ। ਫਿਰ ਇਹ ਰਿਲੀਜਨ ਦੇ ਬੇਸ ਉੱਤੇ ਭੇਦਭਾਵ ਕਿਉਂ ਕੀਤਾ ਜਾਂਦਾ ਹੈ, ਉਸੇ ਚੀਜ਼ ਲਈ ਯੂਨੀਫਾਰਮ ਸਿਵਲ ਕੋਡ ਦੀ ਲੋੜ ਹੈ। ਪਰਸਨਲ ਲਾਅਸ ਦੇ ਵਿੱਚ ਆਪਸ 'ਚ ਕੰਟਰਾਡਿਕਸ਼ਨ ਹੈ। ਐਗਜ਼ਾਮਪਲ, ਇੱਕ ਡਿਵੋਰਸ ਮੁਸਲਿਮ ਲਾਅ is entitled to different thing than in Hindu law। ਸੋ ਇੱਕ ਡਿਵੋਰਸੀ ਜੋ ਮੁਸਲਿਮ ਲਾਅ ਦੇ ਅੰਦਰ ਡਿਵੋਰਸੀ ਹੈ, ਉਹਨੂੰ ਅਲੱਗ ਚੀਜ਼ਾਂ ਮਿਲਦੀਆਂ ਨੇ ਇੱਕ ਹਿੰਦੂ ਲਾਅ ਦੇ ਅੰਦਰ ਡਿਵੋਰਸੀ ਤੋਂ। ਹੁਣ ਇਹਦਾ ਅਸਰ ਕੀ ਪਊਗਾ? ਇਹਦੇ ਪੋਜ਼ਿਟਿਵ ਪੁਆਇੰਟ ਤੇ ਨੈਗੇਟਿਵ ਪੁਆਇੰਟ ਯੂਨੀਫਾਰਮ ਸਿਵਲ ਕੋਡ ਦੇ ਕੀ ਸਾਹਮਣੇ ਆ ਰਹੇ ਨੇ। ਪੋਜ਼ਿਟਿਵ, ਸਭ ਤੋਂ ਪਹਿਲਾਂ ਨੈਸ਼ਨਲ ਇੰਟੀਗ੍ਰੇਸ਼ਨ, ਭਾਰਤ ਦੇ ਸਾਰੇ ਲੋਕ ਆਪਸ ਦੇ ਨਾਲ ਇੱਕ ਨੇ, ਸਭ ਤੋਂ ਪਹਿਲਾਂ ਸੈਕੂਲਰ ਨੇ, ਕੋਈ ਹਿੰਦੂ, ਮੁਸਲਿਮ, ਸਿੱਖ, ਈਸਾਈ ਨਹੀਂ ਹੈ। ਸੋ ਜਿਹੜੀ ਬ੍ਰਦਰਹੁੱਡ, ਫੈਟਰਨਿਟੀ, ਇਹ ਸਾਰੇ ਪੁਆਇੰਟਸ ਨੇ, ਇਹਨਾਂ ਨੂੰ ਸੈਕੂਲਰਿਜ਼ਮ ਨੂੰ ਹੋਰ ਸਟਰੋਂਗਲੀ ਇੰਬਾਈਬ ਕਰਨ ਦੇ ਲਈ ਇਹਦੀ ਜ਼ਰੂਰਤ ਹੈ। ਈਚ ਪਰਸਨ, ਹਰ ਪਰਸਨ ਨੂੰ ਇਕੁਐਲਿਟੀ ਦੇ ਨਾਲ ਟਰੀਟ ਕੀਤਾ ਜਾਵੇ, ਹਰ ਕਿਸੇ ਨੂੰ ਲਾਜ਼ ਦੇ ਵੱਲੋਂ ਜਸਟ ਫੇਅਰ ਟਰੀਟਮੈਂਟ ਮਿਲੇ। ਜਿਹੜੀਆਂ ਵੀ ਆਈਡੀਓਲੋਜੀਜ਼ ਰਿਲੀਜਨ ਦੇ ਬੇਸ ਉੱਤੇ, ਧਰਮ ਦੇ ਬੇਸ ਉੱਤੇ ਕੰਟਰਾਡਿਕਸ਼ਨਸ ਨੇ, ਉੱਪਰ ਨੀਚੇ ਚੀਜ਼ਾਂ ਮਿਲ ਰਹੀਆਂ ਨੇ, ਉਹ ਸਾਰੀਆਂ ਨੂੰ ਖਤਮ ਕੀਤਾ ਜਾਵੇ। ਪਰ ਹੁਣ ਕਾਫੀ ਸਾਰੇ ਰਿਲੀਜੀਅਸ ਮਾਈਨੋਰਿਟੀਜ਼ ਕਹਿ ਰਹੀਆਂ ਨੇ ਕਿ ਇਹ ਨਹੀਂ ਹੋਣਾ ਚਾਹੀਦਾ, ਅਸੀਂ ਆਪਣੇ ਜੋ ਵੀ ਸਾਡੇ ਰਿਲੀਜਨ ਦੇ ਅੰਦਰ ਆ ਉਹਦੇ ਨਾਲ ਖੁਸ਼ ਆ, ਸਾਡੇ ਰਿਲੀਜਨ ਡੌਗਮਾ ਦੇ ਅੰਦਰ ਇੰਟਰਫੇਅਰੈਂਸ ਹੋ ਰਹੀ ਹੈ। ਸੋ ਇਹ ਇੰਟਰਫੇਅਰੈਂਸ ਵਾਲਾ ਮੇਨ ਇਸ਼ੂ ਆ ਜਿਹੜਾ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਹੋਣ ਤੋਂ ਰੋਕ ਰਿਹਾ ਕਾਫੀ ਸਮੇਂ ਤੋਂ। ਸੋ ਹੁਣ ਮਾਰਚ 2022 ਵਿੱਚ ਇੱਕ ਹੋਰ ਇੰਡੀਅਨ ਸਟੇਟ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ, ਯੂਨੀਫਾਰਮ ਸਿਵਲ ਕੋਡ ਨੂੰ ਪਾਸ ਕਰਕੇ ਹੁਣ ਇੰਪਲੀਮੈਂਟ ਕਰਨ ਦੀ ਗੱਲ ਹੋ ਰਹੀ ਹੈ। ਸੋ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਉਹ ਕਿਹੜੀ ਸਟੇਟ ਹੈ। So now starting with our MCQ session on judicial institutions, first question is, a High Court judge addresses his letter of resignation.
ਹਾਈ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ ਜੇ ਉਹਨਾਂ ਨੇ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਦੇਣਾ ਉਹਨਾਂ ਨੇ ਆਪਣੀ ਪੋਜੀਸ਼ਨ ਛੱਡਣੀ ਹੈ ਤਾਂ ਉਹ ਰੈਜ਼ਿਗਨੇਸ਼ਨ ਲੈਟਰ ਕਿਹਨੂੰ ਲਿਖਦੇ ਨੇ ਸੋ ਉਹਦਾ ਰਾਈਟ ਆਨਸਰ ਹੈ ਆਪਸ਼ਨ ਸੀ ਦ ਪ੍ਰੈਜ਼ੀਡੈਂਟ ਰਾਸ਼ਟਰਪਤੀ ਨੂੰ ਐਕਟਿੰਗ ਚੀਫ ਜਸਟਿਸ ਆਫ ਦ ਸੁਪਰੀਮ ਕੋਰਟ ਆਫ ਇੰਡੀਆ ਜਿਹੜੇ ਸੁਪਰੀਮ ਕੋਰਟ ਦੇ ਐਕਟਿੰਗ ਚੀਫ ਜਸਟਿਸ ਹੁੰਦੇ ਨੇ ਕਿਸੇ ਪਾਰਟਿਕੂਲਰ ਇਸ਼ੂ ਦੇ ਲਈ ਲਗਾ ਦਿੰਦੇ ਆ ਟੈਂਪਰੇਰੀਲੀ ਤੌਰ ਦੇ ਉੱਤੇ ਲਗਾਏ ਜਾਂਦੇ ਨੇ ਜਦੋਂ ਕੋਈ ਪੋਜੀਸ਼ਨ ਖਾਲੀ ਹੋਵੇ ਤੇ ਉਹਨੂੰ ਭਰਨਾ ਪੈ ਜਾਵੇ ਤੇ ਕੋਈ ਪਰਮਾਨੈਂਟ ਅਪਾਇੰਟਮੈਂਟ ਨਾ ਹੋਵੇ ਜਾਂ ਕਿਸੇ ਪਾਰਟਿਕੂਲਰ ਪਰਪਸ ਦੇ ਲਈ ਸੋ ਐਕਟਿੰਗ ਚੀਫ ਜਸਟਿਸ ਨੇ ਜਿਹੜੇ ਸੁਪਰੀਮ ਕੋਰਟ ਦੇ ਉਹਨਾਂ ਨੂੰ ਵੀ ਰਾਸ਼ਟਰਪਤੀ ਦੇ ਦੁਆਰਾ ਹੀ ਅਪਾਇੰਟ ਕੀਤਾ ਜਾਂਦਾ ਹੈ ਆਪਸ਼ਨ ਸੀ ਇਜ਼ ਦ ਰਾਈਟ ਆਨਸਰ Where can the public interest litigation be filed? ਜਿਹਨੂੰ ਆਪਾਂ ਆਮ ਤੌਰ ਤੇ PIL ਕਹਿੰਦੇ ਆ PIL ਫਾਈਲ ਕੀਤੀ ਜਾਂਦੀ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਨੋਂ ਜਗ੍ਹਾ ਦੇ ਵਿੱਚ ਸੋ ਰਾਈਟ ਆਨਸਰ ਇਜ਼ ਆਪਸ਼ਨ A and this is very important question. Next is which of the following is not the ਸੋ ਤੁਸੀਂ ਧਿਆਨ ਦੇ ਨਾਲ ਕੁਐਸਚਨ ਪੜ੍ਹਨਾ ਹੈ ਕਿ ਉੱਥੇ ਤੁਹਾਨੂੰ essential ਪੁੱਛਿਆ ਹੋਇਆ ਹੈ ਜਾਂ not essential ਪੁੱਛਿਆ ਹੋਇਆ ਹੈ ਭਾਰਤ ਦੇ ਅੰਦਰ ਸੁਪਰੀਮ ਕੋਰਟ ਦੇ ਜੱਜ ਬਣਨ ਦੇ ਲਈ ਕਿਹੜੀ ਇਹਨਾਂ ਚਾਰਾਂ ਦੇ ਵਿੱਚੋਂ ਜ਼ਰੂਰੀ ਕੁਆਲੀਫਿਕੇਸ਼ਨ ਨਹੀਂ ਹੈ not the essential qualification for appointment as a judge of the Supreme Court of India so ਉਹ ਹੈ option D should be at least 35 years of age ਜਿਹੜਾ ਇਹ age criteria ਰਹਿੰਦਾ ਹੈ ਇਹ ਰਹਿੰਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਉਸ ਤਰ੍ਹਾਂ ਦੀ ਅਪਾਇੰਟਮੈਂਟ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਿਸ ਦੀ ਤਾਂ ਉੱਥੇ ਮੇਨਲੀ ਇਹ ਦੇਖਿਆ ਜਾਂਦਾ ਇਹ ਕ੍ਰਾਈਟੇਰੀਆ ਹੁੰਦਾ ਕਿ ਉਹਨਾਂ ਨੇ ਐਜ਼ ਐਨ ਐਡਵੋਕੇਟ ਕਿੰਨੇ ਸਾਲ ਪ੍ਰੈਕਟਿਸ ਕੀਤੀ ਹੈ ਉਹ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਨੇ ਐਮੀਨੈਂਟ ਜੂਰਿਸਟ ਹੋਣੇ ਚਾਹੀਦੇ ਨੇ ਸੋ ਇਹ ਏਜ ਵਾਲੀ ਜਿਹੜੀ ਕੁਆਲੀਫਿਕੇਸ਼ਨ ਹੈ ਇਹ essential ਕੁਆਲੀਫਿਕੇਸ਼ਨ ਨਹੀਂ ਹੈ ਨੈਕਸਟ ਇਜ਼ ਵੈਰੀ ਇੰਪੋਰਟੈਂਟ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਹਾਈ ਕੋਰਟ ਦੇ ਜੱਜ ਦੀ ਪੈਨਸ਼ਨ ਕਿਸ ਚੀਜ਼ ਤੋਂ ਚਾਰਜ ਕੀਤੀ ਜਾਂਦੀ ਹੈ ਸੋ ਚਾਹੇ ਪੈਨਸ਼ਨ ਹੈ ਚਾਹੇ ਸੈਲਰੀ ਹੈ ਹਾਈ ਕੋਰਟ ਦੇ ਜੱਜ ਦੀ ਉਹਦੇ ਵੀ ਉਹ ਕੱਢੀ ਜਾਂਦੀ ਹੈ ਉਹ ਚਾਰਜ ਕੀਤੀ ਜਾਂਦੀ ਹੈ ਸਟੇਟ ਦੇ ਜਿਹੜੀ ਸਟੇਟ ਦੀ ਹਾਈ ਕੋਰਟ ਹੈ ਉਹਦੇ ਕੰਸੋਲੀਡੇਟਡ ਫੰਡ ਦੇ ਵਿੱਚੋਂ ਆਪਸ਼ਨ ਡੀ ਇਹਦਾ ਸਹੀ ਉੱਤਰ ਹੈ ਨੈਕਸਟ ਹੈ ਸੁਪਰੀਮ ਕੋਰਟ ਆਫ ਇੰਡੀਆ ਕਿਸ ਤਰ੍ਹਾਂ ਦੀ ਜੂਰਿਸਡਿਕਸ਼ਨ ਕਿਸ ਤਰ੍ਹਾਂ ਦੀ ਪਾਵਰ ਇੰਜੋਏ ਕਰਦੇ ਹੈ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ ਉਹਨਾਂ ਕੋਲ ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਆਪਸ਼ਨ ਏ ਇਹਦਾ ਰਾਈਟ ਆਨਸਰ ਹੈ ओरिजिनल ਸਿੱਧਾ ਪਹਿਲੇ ਨੰਬਰ ਤੇ ਵੀ ਸੁਪਰੀਮ ਕੋਰਟ ਕੋਲ ਕੁਝ ਕੇਸਿਸ ਫਾਈਲ ਹੁੰਦੇ ਨੇ ओरिजिनल ਦੈਨ ਜਿਵੇਂ ਆਪਾਂ ਦੋ ਸਟੇਟਸ ਦੇ ਵਿਚਕਾਰ ਦੇ ਕਿਸੇ ਡਿਸਪਿਊਟ ਦੀ ਗੱਲ ਕਰਦੇ ਆ ਜਾਂ ਇੱਕ ਸਟੇਟ ਤੇ ਕਿਸੇ ਹੋਰ ਕੰਟਰੀ ਦੀ ਗੱਲ ਕਰਦੇ ਆ ਸੋ ਜਿਹੜੇ ਉਸ ਤਰ੍ਹਾਂ ਦੇ ਇਸ਼ੂਜ਼ ਹੁੰਦੇ ਨੇ ਉਹਨਾਂ ਦੇ ਵਿੱਚ ओरिजिनल ਜੂਰਿਸਡਿਕਸ਼ਨ ਹੈ ਐਪੀਲੇਟ ਜੂਰਿਸਡਿਕਸ਼ਨ ਹੈ ਸੁਪਰੀਮ ਕੋਰਟ ਇੱਕ ਐਪੀਲੇਟ ਅਥਾਰਟੀ ਦੇ ਤੌਰ ਤੇ ਕੰਮ ਕਰਦੀ ਹੈ ਹਾਈ ਕੋਰਟ ਤੇ ਜੇ ਕਿਸੇ ਡਿਸੀਜਨ ਨੇ ਸੈਟੀਸਫਾਈ ਨਹੀਂ ਕੀਤਾ ਕਿਸੇ ਇਨਸਾਨ ਨੂੰ ਤਾਂ ਹਾਈ ਕੋਰਟ ਦੇ ਡਿਸੀਜਨ ਦੇ ਲਈ ਅਪੀਲ ਫਾਈਲ ਕੀਤੀ ਜਾਂਦੀ ਹੈ ਸੁਪਰੀਮ ਕੋਰਟ ਦੇ ਅੰਦਰ ਐਡਵਾਈਜ਼ਰੀ ਜੂਰਿਸਡਿਕਸ਼ਨ ਬਹੁਤ ਵਾਰੀ ਪ੍ਰੈਜ਼ੀਡੈਂਟ ਰਾਸ਼ਟਰਪਤੀ ਹੈ ਜਿਹੜੇ ਕਾਫੀ ਇੰਪੋਰਟੈਂਟ ਇਸ਼ੂਜ਼ ਉੱਤੇ ਸੁਪਰੀਮ ਕੋਰਟ ਦੀ ਐਡਵਾਈਸ ਲੈਂਦੇ ਨੇ ਸੋ ਇਹ ਤਿੰਨ ਇੰਪੋਰਟੈਂਟ ਜੂਰਿਸਡਿਕਸ਼ਨਸ ਨੇ ਦ ਸੁਪਰੀਮ ਕੋਰਟ ਆਫ ਇੰਡੀਆ ਕੋਲ ਨੈਕਸਟ ਇਜ਼ which of the following amendment curtailed the power of judicial review of Supreme Court and High Court ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜਿਹੜੀ ਜੁਡੀਸ਼ੀਅਲ ਰਿਵਿਊ ਦੀ ਪਾਵਰ ਸੀ ਉਹਨੂੰ ਥੋੜਾ ਘਟਾਇਆ ਗਿਆ ਤੇ ਇਹਦੇ ਲਈ ਕਿਹੜੀ ਅਮੈਂਡਮੈਂਟ ਆਈ ਸੋ ਅਮੈਂਡਮੈਂਟ ਹੈ 42nd ਜਿਹਨੂੰ ਆਪਾਂ ਮਿਨੀ ਕਨਸਟੀਟਿਊਸ਼ਨ ਵੀ ਕਹਿੰਦੇ ਆ ਰਾਈਟ ਆਨਸਰ ਇਜ਼ ਆਪਸ਼ਨ ਡੀ ਸੁਪਰੀਮ ਕੋਰਟ ਆਫ ਇੰਡੀਆ ਫੈਡਰਲ ਕੋਰਟ ਦੇ ਤੌਰ ਤੇ ਕਿਹੜੇ ਮੈਟਰਸ ਨੂੰ ਡੀਲ ਕਰਦੇ ਹੋਏ ਕੰਮ ਕਰਦੀ ਹੈ ਸੋ ਜਦੋਂ ਸੁਪਰੀਮ ਕੋਰਟ ਆਪਣੀ ओरिजिनल ਜੂਰਿਸਡਿਕਸ਼ਨ ਦੇਖਦੀ ਹੈ ਜਦੋਂ ਉਹ ਕਿਸੇ ਇੰਟਰ ਸਟੇਟ ਡਿਸਪਿਊਟ ਦੇ ਡਿਸੀਜਨਸ ਨੂੰ ਡੀਲ ਕਰਦੀ ਹੈ ਜਦੋਂ ਕਿਸੇ ਦੋ ਸਟੇਟਾਂ ਦੇ ਵਿਚਕਾਰ ਦੋ ਰਾਜਾਂ ਦੇ ਵਿਚਕਾਰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਇਸ਼ੂ ਆਉਂਦਾ ਮੰਨ ਲਓ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਕੋਈ ਲੜਾਈ ਹੋ ਰਹੀ ਹੈ ਤਾਂ ਜਿਹੜੀ ਉਹ ਇੰਟਰ ਸਟੇਟ ਡਿਸਪਿਊਟਸ ਨੇ ਉੱਥੇ ਐਜ਼ ਫੈਡਰਲ ਕੋਰਟ ਸੁਪਰੀਮ ਕੋਰਟ ਆਫ ਇੰਡੀਆ ਕੰਮ ਕਰਦੀ ਹੈ ਸੋ ਰਾਈਟ ਆਨਸਰ ਹੈ ਆਪਸ਼ਨ ਡੀ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਜਿਹੜਾ ਇੱਕ ਪਰਸਨ ਹੈ ਉਹਨੂੰ ਬਿਨਾਂ ਟ੍ਰਾਇਲ ਤੋਂ ਕਦੋਂ ਤੱਕ ਰੱਖ ਸਕਦੇ ਆ ਸੋ ਟੋਟਲ ਟਾਈਮ ਪੀਰੀਅਡ ਹੈ 3 ਮੰਥਸ ਆਪਸ਼ਨ ਡੀ ਨੈਕਸਟ ਇਸ ਕਿਹੜੇ ਆਰਟੀਕਲ ਦੇ ਅੰਦਰ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਭਾਰਤ ਦੇ ਰਾਸ਼ਟਰਪਤੀ ਹੈ ਉਹ ਸੁਪਰੀਮ ਕੋਰਟ ਨੂੰ ਰੈਫਰ ਕਰਦੇ ਨੇ ਜੇ ਕੋਈ ਵੀ ਜਿਹੜਾ ਇਸ਼ੂ ਆਵੇ ਅਪਾਇੰਟਮੈਂਟ ਨੂੰ ਲੈ ਕੇ ਉਹਦੇ ਪ੍ਰੋਸੈਸ ਨੂੰ ਲੈ ਕੇ ਜਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਿਸ ਦੀ ਕੋਈ ਟ੍ਰਾਂਸਫਰ ਕਰਨੀ ਹੋਵੇ ਸੋ ਉੱਥੇ ਜਿਹੜਾ ਰੈਫਰ ਕੀਤਾ ਜਾਂਦਾ ਹੈ ਉਹਦੇ ਲਈ ਆਰਟੀਕਲ ਹੈ 143 ਸਬ ਕਲੌਜ਼ 1 again very important and one of the most repetitive question
Dispute regarding election of president, vice president of India are decided by ਜਦੋਂ ਵੀ ਰਾਸ਼ਟਰਪਤੀ ਜਾਂ ਫਿਰ ਉਪ ਰਾਸ਼ਟਰਪਤੀ ਦੀ ਇਲੈਕਸ਼ਨਸ ਨੂੰ ਲੈ ਕੇ ਕੋਈ ਡਿਸਪਿਊਟ ਆਉਂਦਾ, ਕੋਈ ਇਸ਼ੂ ਉੱਠਦਾ ਤਾਂ ਉਹਦੀ ਸੁਣਵਾਈ ਕਿੱਥੇ ਹੁੰਦੀ ਹੈ, ਉਹਨੂੰ ਡਿਸਾਈਡ ਕਰਦੀ ਹੈ ਸੁਪਰੀਮ ਕੋਰਟ, ਆਪਸ਼ਨ ਬੀ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ, ਲੈਫਟ ਸਾਈਡ ਤੇ ਕੁਝ ਫੰਕਸ਼ਨਰੀਜ਼ ਨੇ, ਰਾਈਟ ਸਾਈਡ ਤੇ ਉਹਨਾਂ ਦੀ ਸ਼ਬਦ ਦੱਸੀ ਹੋਈ ਹੈ ਕਿ ਉਹ ਓਥ ਕਿਸ ਚੀਜ਼ ਦੀ ਲੈਂਦੇ ਨੇ। ਸੋ ਆਪਾਂ ਨੇ ਇਹਨੂੰ ਸਹੀ ਮੈਚ ਕਰਨਾ ਹੈ। ਨੰਬਰ 1 ਰਾਸ਼ਟਰਪਤੀ, ਪ੍ਰੈਜ਼ੀਡੈਂਟ ਆਫ ਇੰਡੀਆ ਲੈਂਦੇ ਨੇ ਕਿ ਉਹਨਾਂ ਨੇ ਸੰਵਿਧਾਨ ਦੇ ਜੋ ਵੀ ਪ੍ਰਿੰਸੀਪਲਸ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ, ਦੇਸ਼ ਨੂੰ ਉਹਦੇ ਅਕੋਰਡਿੰਗ ਚਲਾਉਣਾ, ਅਪਹੋਲਡ ਕਰਨਾ ਹੈ ਕਨਸਟੀਟਿਊਸ਼ਨ ਤੇ ਲਾਅ ਨੂੰ। ਸੋ A ਦਾ ਰਾਈਟ ਆਨਸਰ ਹੈ 4th। ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਨੇ ਉਹ ਸ਼ਬਦ ਲੈਂਦੇ ਨੇ ਫੇਥ ਤੇ ਐਲੀਗੈਂਸ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ। ਮੈਂਬਰ ਆਫ ਪਾਰਲੀਮੈਂਟ MPs ਫੇਥਫੁਲ ਡਿਸਚਾਰਜ ਆਫ ਡਿਊਟੀਜ਼, ਤੇ ਜਿਹੜੇ ਯੂਨੀਅਨ ਦੇ ਮਿਨਿਸਟਰੀ ਨੇ ਉਹ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਸੀਕ੍ਰੇਟ ਰੱਖਣ ਦੇ ਲਈ oath ਲੈਂਦੇ ਨੇ, affirmation ਲੈਂਦੇ ਨੇ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਰਾਈਟ ਆਨਸਰ ਹੇਅਰ ਇਜ਼ ਆਪਸ਼ਨ ਡੀ। ਕਿਹੜੀ ਰਿਟ ਹੈ ਜਿਹੜੀ ਹਾਈ ਕੋਰਟ ਆਪਣੇ ਤੋਂ ਲੋਅਰ ਨੀਚੇ ਵਾਲੀਆਂ ਸਬਆਰਡੀਨੇਟ ਕੋਰਟਸ ਨੂੰ ਇਸ਼ੂ ਕਰਦੀ ਹੈ ਜੇ ਕੋਈ ਵੀ ਲੀਗਲ ਐਕਸ਼ਨ ਸਟਾਪ ਕਰਨਾ ਹੋਵੇ। ਸੋ ਰੋਕ ਲਗਾਉਣ ਦੇ ਲਈ ਜਿਹੜੀ ਰਿਟ ਹੈ ਉਹ ਹੈ ਪ੍ਰੋਹਿਬਿਸ਼ਨ, ਤੇ ਇਹਦੇ ਲਈ ਆਰਟੀਕਲ ਹੈ 226 ਤੇ ਇੱਕ ਹੋਰ ਆਰਟੀਕਲ ਹੈ 32 ਸੁਪਰੀਮ ਕੋਰਟ ਨਾਲ ਰਿਲੇਟਡ। ਸੋ ਰਿਟਸ ਦੇ ਨਾਲ ਰਿਲੇਟਡ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਦੋ ਇੰਪੋਰਟੈਂਟ ਆਰਟੀਕਲਸ ਨੇ ਜਿਹੜੇ ਐਗਜ਼ਾਮ ਦੇ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਹੜਾ ਆਰਟੀਕਲ ਹੈ ਜਿਹੜਾ ਜੁਡੀਸ਼ੀਅਲ ਰਿਵਿਊ ਦੀ ਡਾਕਟ੍ਰਿਨ ਆਫ ਪਾਰਸ਼ੀਅਲ ਐਨਲਮੈਂਟ ਦੇ ਨਾਲ ਰਿਲੇਟਡ ਹੈ। ਸੋ ਇਹਦੇ ਲਈ ਆਰਟੀਕਲ ਹੈ 13ਵਾਂ 30। ਕਿਹੜੇ ਸਾਲ ਦੇ ਵਿੱਚ ਕੋਲੇਜੀਅਮ ਸਿਸਟਮ ਜੱਜਿਸ ਦੀ ਅਪਾਇੰਟਮੈਂਟ ਦਾ ਸੁਪਰੀਮ ਕੋਰਟ ਆਫ ਇੰਡੀਆ ਨੇ ਅਡਾਪਟ ਕੀਤਾ ਸੀ। ਇਹ ਰੀਸੈਂਟਲੀ ਸਾਲ 2021 ਦੇ ਇੱਕ ਪੰਜਾਬ ਦੇ ਹੀ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕੁਐਸਚਨ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਕੋਲੇਜੀਅਮ ਸਿਸਟਮ ਸੁਪਰੀਮ ਕੋਰਟ 'ਚ ਅਪਣਾਇਆ ਗਿਆ ਸਾਲ 1993 ਵਿੱਚ, ਆਪਸ਼ਨ ਡੀ। ਚੀਫ ਜਸਟਿਸ ਤੇ ਜਿਹੜੇ ਹੋਰ ਜੱਜਿਸ ਨੇ ਸੁਪਰੀਮ ਕੋਰਟ ਦੇ ਉਹਨਾਂ ਨੂੰ ਉਹਨਾਂ ਦੇ ਆਫਿਸ ਤੋਂ ਰਿਮੂਵ ਕਰ ਸਕਦੇ ਹੈ ਪ੍ਰੈਜ਼ੀਡੈਂਟ ਇੱਕ ਆਰਡਰ ਪਾਸ ਕਰਕੇ ਆਫਟਰ। ਸੋ ਉਹ ਆਰਡਰ ਪਾਸ ਕੀਤਾ ਜਾਊਗਾ ਪਰ ਉਹਦੇ ਲਈ ਜਿਹੜਾ ਉਹ ਆਰਡਰ ਹੋਊਗਾ ਰਿਮੂਵਲ ਦਾ, ਜੱਜਿਸ ਦੇ ਰਿਮੂਵਲ ਦਾ, ਉਹਦੇ ਲਈ ਜਿਹੜੇ ਦੋਨੋਂ ਹਾਊਸਿਸ ਨੇ ਪਾਰਲੀਮੈਂਟ ਦੇ ਉੱਥੇ ਐਡਰੈਸ ਕੀਤਾ ਜਾਊਗਾ। ਮੈਜੋਰਿਟੀ ਚਾਹੀਦੀ ਹੋਊਗੀ ਟੋਟਲ ਮੈਂਬਰਸ਼ਿਪ ਆਫ ਹਾਊਸ ਦੀ, ਤੇ ਜਿਹੜੀ ਮੈਜੋਰਿਟੀ ਹੈ 2/3 ਤੋਂ ਘੱਟ ਨਹੀਂ ਹੋਣੀ ਚਾਹੀਦੀ ਜਿੰਨੇ ਉਸ ਟਾਈਮ ਉੱਥੇ ਮੈਂਬਰ ਪ੍ਰੈਜ਼ੈਂਟ ਨੇ ਤੇ ਵੋਟ ਕਰ ਰਹੇ ਨੇ। ਸੋ ਆਪਸ਼ਨ ਏ ਇਹਦਾ ਰਾਈਟ ਆਨਸਰ ਹੈ। ਐਨ ਐਡਰੈਸ by each house supported by a majority of total membership of that house and not less than 2/3 of member present, and voting has been presented to the president. All doubts and dispute in connection with election of president are inquired into and decided by। ਜਿੰਨੇ ਵੀ president ਦੀ election ਨੂੰ ਲੈ ਕੇ doubts ਨੇ, ਕੋਈ ਹੋਰ dispute ਹੈ, ਉਹਨਾਂ ਦੀ ਇਨਕੁਆਇਰੀ ਜੇ ਕਰਨੀ ਹੈ ਤੇ ਉਹਦੇ ਬਾਅਦ ਕੋਈ ਡਿਸੀਜਨ ਲੈਣਾ ਹੈ ਤਾਂ ਉਹਦੀ ਸਿਰਫ ਔਰ ਸਿਰਫ ਸੁਪਰੀਮ ਕੋਰਟ ਦੇ ਕੋਲ ਹੀ ਪਾਵਰ ਹੈ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਬੰਬੇ ਹਾਈ ਕੋਰਟ ਦੇ 3 ਕੁੱਲ ਬੈਂਚ ਨੇ। ਇਹ 4 ਆਪਸ਼ਨਸ ਦੇ ਵਿੱਚੋਂ ਆਪਾਂ ਨੇ ਦੱਸਣਾ ਹੈ ਕਿ ਬੰਬੇ ਹਾਈ ਕੋਰਟ ਦਾ ਬੈਂਚ ਕਿੱਥੇ ਨਹੀਂ ਹੈ। The Bombay High Court does not have a bench at which one of the following place? So right answer is option B, Pune. So Bombay High Court ਦੇ ਤੁਸੀਂ ਯਾਦ ਰੱਖਣਾ ਹੈ 3 ਬੈਂਚ ਨੇ, ਇੱਕ ਔਰੰਗਾਬਾਦ, ਨਾਗਪੁਰ, ਪਾਨਾਜੀ, ਗੋਆ। ਜਿਹੜੇ ਹਾਈ ਕੋਰਟ ਦੇ ਜੱਜਿਸ ਨੇ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਉਹ ਰੇਜ਼ ਕੀਤੀ ਗਈ 114th ਅਮੈਂਡਮੈਂਟ ਬਿੱਲ ਦੇ ਅੰਦਰ 65 years। The following classes of high court judges are included in। ਸੋ ਕਿਹੜੇ ਹਾਈ ਕੋਰਟ ਦੇ ਜੱਜਿਸ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਉਹ 114th ਅਮੈਂਡਮੈਂਟ ਬਿੱਲ ਦੇ ਅੰਦਰ ਵਧਾ ਕੇ 65 ਸਾਲ ਕਰਤੀ। ਸੋ ਉਹ ਐਕਟਿੰਗ ਜੱਜ ਵੀ ਨੇ, ਫੁੱਲ ਟਾਈਮ ਜੱਜ, ਐਡੀਸ਼ਨਲ ਜੱਜ। ਸੋ ਰਾਈਟ ਆਨਸਰ ਇਜ਼ ਆਪਸ਼ਨ ਏ, ਆਲ ਦੀ ਬਿਲੋ ਮੈਂਸ਼ਨਡ। ਸੋ ਸਾਰੀ ਕੈਟਾਗਰੀਜ਼ ਦੇ ਜੱਜਿਸ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਉਹਨੂੰ ਰੇਜ਼ ਕੀਤਾ ਗਿਆ 65 ਸਾਲ। Which of the following statement with regard to judiciary in India are correct? Indian judiciary ਨੂੰ ਲੈ ਕੇ ਇਹ 3 statements ਦੇ ਵਿੱਚੋਂ ਕਿਹੜੀ statement ਸਹੀ ਹੈ? So right answer ਹੈ option A, all of these। So ਇਹ ਤਿੰਨੋਂ statement ਬਿਲਕੁਲ ਸਹੀ ਨੇ। ਪਹਿਲੀ statement ਕਹਿ ਰਹੀ ਹੈ ਜਿਹੜੀ ਯੂਨਾਈਟਿਡ ਸਟੇਟਸ ਦੇ ਅੰਦਰ ਜੁਡੀਸ਼ਰੀ ਹੈ, ਇੰਡੀਆ ਦੀ ਜੁਡੀਸ਼ਰੀ ਉਹਦੇ ਤੋਂ ਅਲੱਗ ਹੈ। ਇੰਡੀਆ ਦੀ ਜਿਹੜੀ ਜੁਡੀਸ਼ਰੀ ਹੈ ਉਹਨੇ ਡਬਲ ਸਿਸਟਮ ਆਫ ਕੋਰਟਸ ਨਹੀਂ ਦਿੱਤੀਆਂ। US ਦੇ ਵਿੱਚ ਡਬਲ ਸਿਸਟਮ ਹੈ ਕੋਰਟਸ ਦਾ, ਇੰਡੀਆ ਦੇ ਵਿੱਚੋਂ ਨਹੀਂ ਹੈ।
ਸੰਵਿਧਾਨ ਦੇ ਅੰਦਰ ਇੱਕ ਸਿੰਗਲ ਇੰਟੀਗ੍ਰੇਟਿਡ ਸਿਸਟਮ ਹੈ यूनियन ਤੇ ਸਟੇਟਸ ਦੇ ਲਈ। ਸੋ ਨੀਚੇ ਤੋਂ ਉੱਪਰ ਇੱਕ ਹਾਇਰਾਰਕੀ ਚੱਲ ਕੇ ਆਉਂਦੀ ਹੈ ਕਿ ਬਾਟਮ ਤੇ ਇਹ ਜਿਹੜੀਆਂ ਸਬਆਰਡੀਨੇਟ ਕੋਰਟਸ ਨੇ, ਡਿਸਟ੍ਰਿਕਟ ਜੱਜ ਹੋ ਗਿਆ, ਸੈਸ਼ਨ ਜੱਜ ਹੋ ਗਿਆ, ਫਿਰ ਹਾਈ ਕੋਰਟ ਆ ਗਈ, ਟॉप ਤੇ ਸੁਪਰੀਮ ਕੋਰਟ। ਸੋ ਇੱਕ ਸਿੰਗਲ ਇੰਟੀਗ੍ਰੇਟਿਡ ਆਪਸ ਦੇ ਵਿੱਚ ਜੁੜਿਆ ਹੋਇਆ ਸਿਸਟਮ ਹੈ। The organization of subordinate judiciary varies slightly from state to state. So हर state ਦੀ ਅਲੱਗ-ਅਲੱਗ ਜਿਹੜਾ ਸਿਸਟਮ ਹੈ subordinate judiciary ਦਾ ਡਿਪੈਂਡ ਕਰਦਾ ਕਿ ਉਹ state ਕਿੰਨੀ ਵੱਡੀ ਹੈ, ਉੱਥੇ ਕਿੰਨੇ ਲੋਕਾਂ ਨੂੰ representation ਦੀ ਲੋੜ ਹੈ। ਸੋ ਉਹਦੇ ਨਾਲ ਵੇਰੀ ਕਰਦੀ ਹੈ state to state subordinate judiciary। ਬਾਕੀ ਜਿਹੜੀ state level ਦੀ ਹੈ ਜਾਂ ਆਪਣੀ ਸੁਪਰੀਮ ਕੋਰਟ ਹੈ ਉਹ ਇੱਕ ਸਿੰਗਲ ਇੰਟੀਗ੍ਰੇਟਿਡ ਸਿਸਟਮ ਦੇ ਨਾਲ ਚੱਲਦੇ ਨੇ। ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ। Judicial review signifies that the Supreme Court, judicial review ਦਾ ਮਤਲਬ ਹੈ ਕਿ ਸੁਪਰੀਮ ਕੋਰਟ ਕਿਸੇ ਵੀ ਹਾਈ ਕੋਰਟ ਦੇ ਦਿੱਤੇ ਹੋਏ ਡਿਸੀਜਨ ਨੂੰ ਰਿਵਿਊ ਕਰ ਸਕਦੀ ਹੈ, ਦੁਬਾਰਾ ਤੋਂ ਦੇਖ ਸਕਦੀ ਹੈ। can review cases whose decision have been given by high court। ਕਿਹੜੀ ਹਾਈ ਕੋਰਟ ਹੈ ਜਿਹਦੀ ਸਟੇਟ ਆਫ ਅਰੁਣਾਚਲ ਪ੍ਰਦੇਸ਼ ਉੱਤੇ ਜੁਰਿਸਡਿਕਸ਼ਨ ਹੈ। ਸੋ ਅਰੁਣਾਚਲ ਪ੍ਰਦੇਸ਼ ਉੱਤੇ ਜੁਰਿਸਡਿਕਸ਼ਨ ਹੈ ਗੁਹਾਟੀ ਹਾਈ ਕੋਰਟ ਦੀ। ਵੈਰੀ ਇੰਪੋਰਟੈਂਟ, ਆਪਸ਼ਨ ਸੀ ਇਜ਼ the right answer। Which of the following regarding the advisory judiciary of Supreme Court are correct? ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਰਾਸ਼ਟਰਪਤੀ ਨੂੰ ਕਾਫੀ ਸਾਰੇ ਮੈਟਰ ਉੱਤੇ ਜਦੋਂ ਵੀ ਰਾਸ਼ਟਰਪਤੀ ਚਾਹੇ ਓਪੀਨੀਅਨ ਮੰਗੇ ਉਦੋਂ ਐਡਵਾਈਸ ਦਿੰਦੀ ਹੈ ਸੁਪਰੀਮ ਕੋਰਟ। ਸੋ ਤਿੰਨ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਹੈ ਇਹ ਚਾਰ ਸਟੇਟਮੈਂਟ ਨੇ ਸੌਰੀ। ਸੋ ਆਪਾਂ ਨੇ ਦੱਸਣਾ ਹੈ ਕਿ ਇਹਨਾਂ ਚਾਰਾਂ ਦੇ ਵਿੱਚੋਂ ਐਡਵਾਈਜ਼ਰੀ ਜੁਰਿਸਡਿਕਸ਼ਨ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ। ਸੋ ਇਹਦੇ ਵਿੱਚੋਂ ਫਰਸਟ ਤੇ ਥਰਡ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ it is binding on the Supreme Court to give its opinion on any matter referred to it by the president। ਜੇ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਓਪੀਨੀਅਨ ਮੰਗੇ ਕਿਸੇ ਵੀ ਮੈਟਰ ਉੱਤੇ ਤਾਂ ਸੁਪਰੀਮ ਕੋਰਟ ਦੇ ਲਈ ਉਹ ਇੱਕ ਮੈਂਡੇਟਰੀ ਚੀਜ਼ ਬਣ ਜਾਂਦੀ ਹੈ, ਬਾਈਂਡਿੰਗ ਹੋ ਜਾਂਦਾ। ਉੱਥੇ ਸੁਪਰੀਮ ਕੋਰਟ ਮਨਾ ਨਹੀਂ ਕਰ ਸਕਦੀ ਰਾਸ਼ਟਰਪਤੀ ਨੂੰ ਕਿ ਮੈਂ ਇਸ ਮੈਟਰ ਉੱਤੇ ਕੋਈ ਆਪਣੀ ਓਪੀਨੀਅਨ ਨਹੀਂ ਦੇਣਾ। ਸੋ ਸੁਪਰੀਮ ਕੋਰਟ ਨੂੰ ਓਪੀਨੀਅਨ ਦੇਣਾ ਹੀ ਦੇਣਾ ਪਊਗਾ। ਜਿਹੜੇ ਓਪੀਨੀਅਨ ਦੇ ਰਹੀ ਹੈ ਸੁਪਰੀਮ ਕੋਰਟ ਔਨ ਰੈਫਰੈਂਸ ਅੰਡਰ ਐਡਵਾਈਜ਼ਰੀ ਜੁਰਿਸਡਿਕਸ਼ਨ, ਪਰ ਸੁਪਰੀਮ ਕੋਰਟ ਦਾ ਜਿਹੜਾ ਓਪੀਨੀਅਨ ਹੈ ਉਹ ਰਾਸ਼ਟਰਪਤੀ ਉੱਤੇ, ਸਰਕਾਰ ਉੱਤੇ ਬਾਈਂਡਿੰਗ ਨਹੀਂ ਹੈ ਕਿਉਂਕਿ ਦਿਸ ਇਜ਼ ਮੀਅਰਲੀ ਐਨ ਐਡਵਾਈਸ। ਰਾਸ਼ਟਰਪਤੀ ਸਿਰਫ ਇੱਕ ਓਪੀਨੀਅਨ ਮੰਗ ਰਿਹਾ, ਲਾਸਟ ਡਿਸੀਜਨ ਉਹਨਾਂ ਦਾ ਹੀ ਹੋਊਗਾ। ਸੋ ਸੁਪਰੀਮ ਕੋਰਟ ਨੂੰ ਡਿਸੀਜਨ ਦੇਣਾ ਪਊਗਾ ਪਰ ਉਹਨੂੰ ਮੰਨਣਾ ਨਾ ਮੰਨਣਾ ਉਹ ਰਾਸ਼ਟਰਪਤੀ ਦੀ ਆਪਣੀ ਮਰਜ਼ੀ ਹੈ। ਸੋ ਫਰਸਟ ਤੇ ਥਰਡ ਸਟੇਟਮੈਂਟ ਸਹੀ ਨੇ। ਨੈਕਸਟ ਹੈ ਜਿਹੜੀਆਂ ਸਬਆਰਡੀਨੇਟ ਕੋਰਟਸ ਨੇ ਉਹਨਾਂ ਦੇ ਉੱਪਰ ਕੌਣ ਹੈ, ਉਹਨਾਂ ਦੇ ਉੱਤੇ ਸੁਪਰਵਿਜ਼ਨ ਕੌਣ ਕਰਦਾ ਹੈ, ਉਹਨਾਂ ਦੀ ਦੇਖ ਰੇਖ ਕੌਣ ਕਰਦਾ ਹੈ। ਸੋ ਸੁਪਰਵਿਜ਼ਨ ਕਰਦੇ ਆ ਹਾਈ ਕੋਰਟ, ਆਪਸ਼ਨ ਬੀ। Rules for regulating the practice and procedure of Supreme Court under Article 145 of the Constitution are made by। ਜਿਹੜੇ ਵੀ ਸੁਪਰੀਮ ਕੋਰਟ ਦੇ ਅੰਦਰ ਆਰਟੀਕਲ 145 ਵਿੱਚ ਰੂਲਸ ਦੱਸੇ ਹੋਏ ਨੇ ਕਿ ਕਿਵੇਂ ਪ੍ਰੈਕਟਿਸ ਕਰਨੀ ਹੈ, ਕਿਵੇਂ ਪ੍ਰੋਸੀਜਰ ਚੱਲੂਗਾ ਸੁਪਰੀਮ ਕੋਰਟ ਦਾ, ਪ੍ਰੋਸੀਡਿੰਗਸ ਦਾ ਕੀ ਸਾਰਾ ਸਿਸਟਮ ਹੋਊਗਾ, ਉਹ ਜਿਹੜੇ ਰੂਲਸ ਤਿਆਰ ਕੀਤੇ ਹੋਏ ਨੇ ਉਹ ਤਿਆਰ ਕਰਦੇ ਆ ਸੁਪਰੀਮ ਕੋਰਟ, ਪਰ ਉਹਦੇ ਲਈ ਅਪਰੂਵਲ ਲੈਂਦੇ ਆ ਪਹਿਲਾਂ ਰਾਸ਼ਟਰਪਤੀ ਦੀ। ਸੋ ਸੁਪਰੀਮ ਕੋਰਟ ਵਿਦ ਦੀ ਅਪਰੂਵਲ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ। ਕਿਹੜੀਆਂ ਕੋਰਟਸ ਨੇ ਜਿਨ੍ਹਾਂ ਨੂੰ ਕੋਰਟ ਆਫ ਰਿਕਾਰਡ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਡਿਸੀਜਨ ਬਾਕੀ ਕੋਰਟਸ ਰੈਫਰ ਕਰਦੀਆਂ ਨੇ। ਸੋ ਉਹ ਡਿਸੀਜਨ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਨਾਂ ਦੇ। ਸੋ ਇਹ ਦੋਨੋਂ ਕੋਰਟਸ ਨੂੰ ਕੋਰਟ ਆਫ ਰਿਕਾਰਡ ਮੰਨਿਆ ਜਾਂਦਾ ਹੈ। ਨੈਕਸਟ ਤਿੰਨ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਸਹੀ ਹੈ। ਇਹਦੇ ਵਿੱਚੋਂ ਸੈਕਿੰਡ ਤੇ ਥਰਡ ਸਟੇਟਮੈਂਟ ਸਹੀ ਹੈ। ਪੰਜਾਬ, ਹਰਿਆਣਾ ਤੇ ਯੂਟੀ ਆਫ ਚੰਡੀਗੜ੍ਹ ਦੇ ਲਈ ਕਾਮਨ ਹਾਈ ਕੋਰਟ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਦਿੱਲੀ ਐਨਸੀਟੀ ਦੀ ਆਪਣੀ ਖੁਦ ਦੀ ਹਾਈ ਕੋਰਟ ਹੈ। ਸੋ ਟੋਟਲ ਇੰਡੀਆ ਦੇ ਅੰਦਰ 25 ਹਾਈ ਕੋਰਟਸ ਨੇ। ਸਟੇਟਮੈਂਟ ਗਲਤ ਹੈ, ਸੈਕਿੰਡ ਤੇ ਥਰਡ ਸਹੀ ਹੈ। ਰਾਈਟ ਆਨਸਰ ਇਜ਼ ਆਪਸ਼ਨ ਸੀ 2 ਐਂਡ 3। ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕੌਣ ਕਰਦਾ ਹੈ, ਕੌਣ ਸਮਝਾਉਂਦਾ ਹੈ ਲੋਕਾਂ ਤੱਕ, ਉਹਦੇ ਪ੍ਰੋਵੀਜ਼ਨਸ ਨੂੰ ਕੌਣ ਪਹੁੰਚਾਉਂਦਾ ਹੈ। ਸੋ ਉਹ ਹੈ ਜੁਡੀਸ਼ਰੀ ਆਪਣੇ ਦੇਸ਼ ਦੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਜੱਜ ਬਣਨ ਦੇ ਲਈ ਹਾਈ ਕੋਰਟ ਘੱਟੋ ਘੱਟ ਕਿੰਨੇ ਸਾਲ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ ਹਾਈ ਕੋਰਟ ਦੀ। ਸੋ ਪ੍ਰੈਕਟਿਸ ਹੋਣੀ ਚਾਹੀਦੀ ਹੈ 10 ਸਾਲ ਦੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। Who held the power to increase the number of judges? ਜੇ ਸੁਪਰੀਮ ਕੋਰਟ ਦੇ ਜੱਜਿਸ ਦਾ ਨੰਬਰ ਵਧਾਉਣਾ ਹੋਵੇ ਤਾਂ ਉਹ ਇਨਕਰੀਜ਼ ਕਰਨ ਦੀ ਪਾਵਰ ਕਿਹਦੇ ਕੋਲ ਹੈ। ਸੋ ਉਹ ਪਾਵਰ ਹੈ ਸਿਰਫ ਪਾਰਲੀਮੈਂਟ ਕੋਲ। ਆਪਸ਼ਨ ਬੀ। ਲਾਸਟ ਕੁਐਸਚਨ ਆਪਣਾ, which of the following statement regarding judiciary in India are correct? ਸੋ ਇਹ ਚਾਰ ਸਟੇਟਮੈਂਟਸ ਦੇ ਵਿੱਚੋਂ ਦੋ ਸਟੇਟਮੈਂਟ ਸਹੀ ਨੇ, ਫਰਸਟ ਤੇ ਫੋਰਥ। ਫਰਸਟ ਸਟੇਟਮੈਂਟ ਕਹਿ ਰਹੀ ਹੈ ਜਿਹੜੀ ਸੁਪਰੀਮ ਕੋਰਟ ਹੈ ਇੰਡੀਆ ਦੀ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ, ਕੰਟਰੋਲ ਤੋਂ ਬਿਲਕੁਲ ਫ੍ਰੀ ਹੈ।
ਲੈਜਿਸਲੇਚਰ ਹੋਵੇ ਚਾਹੇ ਕੋਈ ਐਗਜ਼ੀਕਿਊਟਿਵ ਹੋਵੇ। ਸੋ ਜੁਡੀਸ਼ਰੀ ਸਪੈਸ਼ਲੀ ਸੁਪਰੀਮ ਕੋਰਟ ਆਫ ਇੰਡੀਆ ਇਜ਼ ਫ੍ਰੀ ਫਰॉम द कंट्रोल एंड ਇਨਫਲੂਐਂਸ ਆਫ ਲੈਜਿਸਲੇਚਰ ਐਂਡ ਐਗਜ਼ੀਕਿਊਟਿਵ। ਫੋਰਥ ਸਟੇਟਮੈਂਟ ਕਹਿ ਰਹੀ ਹੈ ਕਿਸੇ ਵੀ ਸਬਆਰਡੀਨੇਟ ਕੋਰਟ ਤੋਂ, ਜਿਹੜੀਆਂ ਛੋਟੀਆਂ ਸੈਸ਼ਨ ਕੋਰਟ ਹੋ ਗਈ, ਡਿਸਟ੍ਰਿਕਟ ਜੱਜ ਦੀ ਕੋਰਟ ਹੋ ਗਈ, ਜੇ ਹਾਈ ਕੋਰਟ ਚਾਹੇ ਤਾਂ ਕੋਈ ਕੇਸ ਵਿਡਰਾਅ ਕਰ ਸਕਦੀ ਹੈ ਤੇ ਉਹਨੂੰ ਖੁਦ ਡੀਲ ਕਰ ਸਕਦੀ ਹੈ ਜੇ ਉਹ ਕੇਸ ਕੋਈ ਸਬਸਟੈਂਸ਼ੀਅਲ ਪੁਆਇੰਟ ਆਫ ਕਨਸਟੀਟਿਊਸ਼ਨਲ ਲਾਅ ਦੇ ਨਾਲ ਡੀਲ ਕਰ ਰਿਹਾ ਹੈ। ਸੋ ਫਰਸਟ ਐਂਡ ਫੋਰਥ ਇਹ ਦੋ ਸਟੇਟਮੈਂਟ ਸਹੀ ਨੇ। ਰਾਈਟ ਆਂਸਰ ਇਜ਼ ਆਪਸ਼ਨ ਡੀ। ਸੋ ਦਿਸ ਵਾਸ all about today's very important lecture on judicial institutions. I hope you liked the video. Keep supporting Victor's Knowledge. Thank you and good luck.